ਰਾਗ ਬਿਲਾਵਲ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਰੂਪ ਸਗਲੋ ਪਾਸਾਰਾ। ਆਪੇ ਬਣਜ ਆਪ ਬਿਵਹਾਰਾ। ਏਕ ਰੂਪ ਸਗਲੋ ਪਸਾਰਾ। ਆਪੇ ਬਣਜ ਆਪ ਬਿਵਹਾਰਾ। ਐਸੋ ਗਿਆਨੀ ਬਿਰਲੋਈ ਪਾਏ। ਜਤ ਜਤ ਜਾਈਐ ਤਤ ਤਤ ਦ੍ਰਿਸ਼ਟਾਇ। ਰਹਾਉ ਅਨਕ ਰੰਗ ਨਿਰਗੁਣ ਇਕ ਰੰਗਾ। ਆਪੇ ਜਲ ਆਪ ਹੀ ਤਰੰਗਾ। ਆਪ ਹੀ ਮੰਦਰ ਆਪ ਹੀ ਦੇਵਾ। ਆਪ ਹੀ ਪੁਜਾਰੀ ਆਪ ਹੀ ਸੇਵਾ। ਆਪੇ ਜੋਗ ਆਪ ਹੀ ਜੁਗਤਾ। ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਆਪਹਿ ਜੋਗ ਆਪ ਹੀ ਜੁਗਤਾ। ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਦੁਆਰਾ ਇਕੱਤਰ ਹੋ ਰਹੇ ਗੁਰੂ ਪਿਆਰਿਓ, ਆਪ ਸਭ ਵਡਭਾਗੇ ਹੋ, ਧਨਤਾ ਦੇ ਜੋਗ ਹੋ। ਆਓ ਗੁਰਬਾਣੀ ਵਿਚਾਰ ਆਰੰਭ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਾਰਿਆਂ ਨੇ ਇੱਕੇ ਵਾਰ ਕਹਿਣ ਤੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਬਿਲਾਵਲ ਰਾਗ ਦੇ ਵਿੱਚ ਦਰਜ ਕੀਤੇ ਹੋਏ ਵਿਚਾਰ ਰੂਪੀ ਖੁਰਾਕ ਨੂੰ ਸਾਡੇ ਸਨਮੁਖ ਪੇਸ਼ ਕੀਤਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਸਾਡੇ ਸਨਮੁਖ ਸੱਚ ਦੀ ਸੰਤੋਖ ਦੀ ਵਿਚਾਰ ਰੂਹ ਦੀ ਖੁਰਾਕ ਬਣਾ ਕੇ ਰੱਖੀ ਹੈ।
ਤੇ ਅਸੀਂ ਇਸ ਰੂਹ ਦੀ ਖੁਰਾਕ ਨੂੰ ਛਕਣ ਦਾ ਯਤਨ ਕਰਨਾ। ਗੁਰੂ ਪਾਤਸ਼ਾਹ ਨੇ ਜੋ ਪਾਵਨ ਸ਼ਬਦ ਦੀ ਦਾਤ ਬਖਸ਼ੀ ਹੈ, ਇਹਦੇ ਵਿੱਚ ਰਹਾਉ ਦਾ ਜੋ ਬੰਦ ਹੈ, ਜ਼ਿਕਰ ਕੀਤਾ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਐਸੋ ਗਿਆਨ ਵਿਰਲੋ ਹੀ ਪਾਏ, ਜਤ ਕਾ ਜਤ ਜਾਈਐ ਤਤ ਤਤ ਦ੍ਰਿਸ਼ਟਾਈ। ਜਤ ਜਤ ਜਿੱਥੇ ਜਿੱਥੇ, ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ ਜਾਂਦਾ ਹਾਂ, ਤਤ ਤਤ ਉਥੇ ਉਥੇ ਦ੍ਰਿਸ਼ਟਾਏ ਉਹ ਪਰਮਾਤਮਾ ਹਾਜ਼ਰ ਨਾਜ਼ਰ ਹੈ। ਰਹਾਉ। ਹੁਣ ਇਹ ਰਹਾਉ ਦਾ ਬੰਦਾ ਜਿਹੜਾ ਇਸ਼ਾਰਾ ਕੀ ਕਰਦਾ, ਦੁਨੀਆ ਦੇ ਵਿੱਚ ਇਸ ਬੁਝਾਰਤ ਨੂੰ ਕੋਈ ਕੋਈ ਬੁੱਝਦਾ। ਜਿਵੇਂ ਅੱਜ ਬੇਸ਼ੱਕ ਰਿਵਾਜ ਸਾਡੇ ਵਿੱਚੋਂ ਖਤਮ ਹੋ ਗਿਆ, ਕੁਝ ਵਕਤ ਆਪਾਂ ਪਿਛਾਂਹ ਚਲੇ ਜਾਈਏ ਤੇ ਸਾਡੇ ਸਮਾਜ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਸੁਆਣੀਆਂ ਦਾਦੀਆਂ ਮਾਵਾਂ ਬਜ਼ੁਰਗ ਬੁੱਝਣ ਵਾਲੀਆਂ ਬਾਤਾਂ ਬੱਚਿਆਂ ਨੂੰ ਆਪ ਹੀ ਸੁਣਾਇਆ ਕਰਦੇ ਸਨ। 2 4 5 ਜਿੰਨੇ ਵੀ ਬੱਚੇ ਨੇ ਇਰਦ ਗਿਰਦ ਬੈਠ ਜਾਣਾ, ਬਾਤ ਪਾਉਣੀ, ਜਾਣੀ ਕਿ ਸਵਾਲ ਕਰਨਾ, ਫਿਰ ਉਹ ਸਵਾਲ ਦਾ ਜਵਾਬ ਬੱਚਿਆਂ ਤੋਂ ਪੁੱਛਣਾ। 1 2 3 4 ਇੱਦਾਂ ਆਪਸ਼ਨ ਦਿੰਦੇ ਰਹਿਣੇ ਬੱਚਿਆਂ ਨੇ, ਕਿਹੜੀ ਠੀਕ ਹੋ ਵਿੱਚੋਂ ਮੱਥਾ ਮਾਰਦੇ ਰਹਿਣਾ, ਪਤਾ ਹੈ ਦੱਸ ਦਿੰਦੇ ਸੀ। ਪਰ ਇੱਥੇ ਵੇਖਣਾ ਕੀ ਤਾਂ ਗੱਲ ਹੋ ਗਈ, ਬਾਪੂ ਨੇ ਬਾਤ ਪਾਈ, ਬੱਚਿਆਂ ਨੇ ਬੁੱਝਤੀ ਜਾਂ ਨਾ ਬੁੱਝੀ, ਇਹਦਾ ਮਤਲਬ ਕੀ ਰਹਿ ਗਿਆ? ਸਾਨੂੰ ਕੀ ਉਹਦੇ ਚੋਂ ਸਿੱਖਿਆ ਮਿਲੀ ਆ? ਸਾਨੂੰ ਸਿੱਖਿਆ ਇੰਨੀ ਕੁ ਮਿਲੀ ਆ ਕਿ ਉਹ ਬਾਤ ਬੁੱਝਣ ਵਾਲਾ 5 ਵਿੱਚੋਂ 1 ਆ, ਉਹ ਬਾਤ ਬੁੱਝਣ ਵਾਲਾ 10 ਵਿੱਚੋਂ 1 ਆ। ਇਵੇਂ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਸਾਡੇ ਵੱਡੇ ਵਡੇਰੇ ਨੇ, ਪੜਦਾਦੇ ਦਾਦੇ ਨੇ, ਇਹਨਾਂ ਨੇ ਸਾਨੂੰ ਬਾਤ ਪਾਈ ਆ, ਆਪਾਂ ਬੁੱਝਣੀ ਆ। ਤੇ ਬਾਤ ਪਾਈ ਕਿਹੜੇ ਰੂਪ ਚ ਆ? ਐਸੋ ਗਿਆਨ। ਗਿਆਨ ਤੋਂ ਭਾਵ ਸੂਝ, ਚੰਗੀ ਅਕਲ, ਵਿਵੇਕ ਬੁੱਧੀ। ਐਸੋ ਗਿਆਨ, ਅਜਿਹਾ ਗਿਆਨ ਪਾਤਸ਼ਾਹ ਜੀ ਕਹਿੰਦੇ ਵਿਰਲੋ ਹੀ ਪਾਏ। ਹਰੇਕ ਨਹੀਂ ਭਾਈ ਇਹ ਗਿਆਨ ਨੂੰ ਬੁੱਝ ਸਕਦਾ। ਅਕਲ, ਸਿਆਣਪ, ਵਿਵੇਕ ਬੁੱਧੀ ਨੂੰ ਹਰੇਕ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ। ਫਿਰ ਅੱਗੇ ਕੀ ਕਿਹਾਗਾ? ਜਤ ਜਤ ਜਾਈਐ ਤਤ ਤਤ ਦ੍ਰਿਸ਼ਟਾਏ। ਕਹਿੰਦੇ ਉਹ ਪਰਮਾਤਮਾ ਨੂੰ ਬੁੱਝਣ ਦੇ ਲਈ ਤਾਂ ਸਾਨੂੰ ਭਾਵਨਾ ਆ ਬਣਾਉਣੀ ਪਵੇਗੀ, ਉਹਦੇ ਗਿਆਨ ਨੂੰ ਸਮਝਣ ਦੇ ਲਈ, ਉਹਦੀ ਬਾਤ ਨੂੰ ਬੁੱਝਣ ਦੇ ਲਈ। ਕਿਹੜੀ ਭਾਵਨਾ? ਵੀ ਜਿੱਥੇ ਜਿੱਥੇ ਤੂੰ ਹੈ, ਮੈਂ ਜਿੱਥੇ ਜਿੱਥੇ ਜਾਂਦਾ ਹਾਂ ਤੇ ਉੱਥੇ ਉੱਥੇ ਹੀ ਤੂੰ ਮੈਨੂੰ ਨਜ਼ਰ ਆਉਂਦਾ ਹੈ। ਤੇਰੇ ਤੋਂ ਬਿਨਾ ਮੈਨੂੰ ਹੋਰ ਕੁਛ ਵੀ ਨਜ਼ਰ ਨਹੀਂ ਆਉਂਦਾ। ਜਿਹਨੂੰ ਆਪਾਂ ਇਉਂ ਵੀ ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆ, ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ। ਜਾਂ ਪਾਤਸ਼ਾਹ ਨੇ ਬਾਣੀ ਵਿੱਚ ਹੋਰ ਵੀ ਇੱਕ ਨਹੀਂ ਅਨੇਕਾਂ ਪ੍ਰਮਾਣ ਦਿੱਤੇ ਨੇ। ਕੀ ਕਿਹਾਗਾ? ਪਾਤਸ਼ਾਹ ਜੀ ਕਹਿੰਦੇ ਜਹ ਜਹ ਜਾਉ ਤਹ ਹਜੂਰ, ਦੂਰ ਕਤਹੂ ਨਾ ਜਾਏ। ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਮੈਂ ਜਿੱਥੇ ਜਿੱਥੇ ਵੀ ਜਾਂਦਾ ਹਾਂ, ਉੱਥੇ ਉੱਥੇ ਤੂੰ ਮੈਨੂੰ ਦਿਸਦਾ ਹੈ, ਨਜ਼ਰ ਆਉਂਦਾ ਹੈ। ਇਹ ਬਿਰਲਿਆਂ ਦੀ ਬੁੱਧੀ ਨੇ ਪਕੜ ਵਿੱਚ ਲੈ ਕੇ ਆਂਦਾ ਪੁਆਇੰਟ ਨੂੰ। ਭਾਵ ਰਬ ਰਹਿਆ ਸਰਬ ਥਾਈ, ਤੂੰ ਸਾਰੇ ਥਾਵਾਂ ਦੇ ਵਿੱਚ ਹੀ ਰਹਿਆ ਪਿਆ। ਖਾਲਕ 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 ਮੈਂ ਖਾਲਕ, ਜਾਂ ਸਭ ਮੈਂ ਜੋਤ ਜੋਤ ਹੈ ਸੋਏ। ਇਹ ਰਹਾਉ ਦੇ ਬੰਦ ਵਿੱਚ ਸਾਨੂੰ ਗੁਰੂ ਸਾਹਿਬ ਨੇ ਇਉਂ ਦੱਸ ਦਿੱਤਾ ਵੀ ਉਹ ਪਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ। ਉਹ ਪਰਮਾਤਮਾ ਨੂੰ ਕੋਈ ਬਿਰਲਾ ਹੀ ਬੁੱਝਦਾ ਹੈ ਵੀ ਉਹ ਹੈ। ਜਦੋਂ ਮਨੁੱਖਤਾ ਨੇ ਇਹ ਕਬੂਲ ਕਰ ਲਿਆ ਵੀ ਪਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ, ਫਿਰ ਤਾਂ ਸਾਰੇ ਦੁਨੀਆ ਦੇ ਜਿਹੜੇ ਡਰ ਆ ਨਾ ਉਹ ਖਤਮ ਹੋ ਜਾਣਗੇ। ਤੇ ਅੱਜ ਕਿੰਨਾ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਗਾ। ਇਹ ਕਿਉਂ ਬਣਿਆ, ਕਿਵੇਂ ਬਣਿਆ, ਕਿਹਨੇ ਬਣਾਇਆ, ਇਹਦੇ ਬਾਰੇ ਤੁਹਾਨੂੰ ਪਤਾ। ਪਰ ਇਹ ਸਾਰਾ ਕੁਝ ਕਿਉਂ ਬਣਿਆ, ਇਹਦੇ ਬਾਰੇ ਆਪਾਂ ਜ਼ਰੂਰ ਗੁਰੂ ਨੂੰ ਪੁੱਛ ਲਈਏ। ਇਸ ਕਰਕੇ ਬਣਿਆ
ਕਿਉਂਕਿ ਜਿਨ੍ਹਾਂ ਨੇ ਬਣਾਇਆ ਉਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ, ਰੱਬ ਨੂੰ ਵੇਖਦੇ ਨਹੀਂ ਹਨ। ਵੱਢ ਦੋ, ਕੱਟ ਦੋ, ਮਾਰ ਦੋ, ਕੁਛ ਹੋਵੇ ਨਾ ਹੋਵੇ, ਉਹਨਾਂ ਨੇ ਪਰਮੇਸ਼ਰ ਪਰਮਾਤਮਾ ਨੂੰ ਹਾਜ਼ਰ ਜਾਣੇ ਹੀ ਨਹੀਂ। ਜਿਨ੍ਹਾਂ ਨੇ ਜਾਣ ਲਿਆ ਉਹ ਇਹਨਾਂ ਬੁਰਾਈਆਂ ਤੋਂ ਦੂਰ ਹੋ ਜਾਂਦੇ ਨੇ। ਨਿਕਟ ਬੁਝੈ ਸੋ ਬੁਰਾ ਕਿਉਂ ਕਰੈ। ਇਹਦਾ ਫਾਇਦਾ ਨੇੜੇ ਰੱਖਣ ਦਾ, ਮਾਲਕ ਨੂੰ ਆਪਣੇ ਆਪ ਨੇੜੇ ਲਾਉਣ ਦਾ ਕਹਿ ਲਓ। ਫਾਇਦਾ ਕੀ ਆ? ਨਿਕਟ ਬੁਝੈ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਆਪਣੇ ਨਜ਼ਦੀਕ ਜਾਣਿਆ, ਬਿਲਕੁਲ ਨਾਲ ਜਾਣਿਆ, ਕੋਲ ਜਾਣਿਆ। ਕਹਿ ਰਵਿਦਾਸ ਹਾਥ ਪੈ ਨੇਰੈ, ਇੰਨਾ ਨੇੜੇ ਜਾਣਿਆ, ਕਹਿੰਦੇ ਉਹ ਪੂਰਾ ਕਰਦੀ ਨਹੀਂ ਫਿਰ ਭਾਈ। ਜਿੰਨਾ ਮਰਜੀ ਬੁਰਾ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ, ਲਾਲਚ ਦਿੱਤੇ ਜਾਣ, ਉਹ ਬੁਰੀ ਭਾਵਨਾ ਦੇ ਵਿੱਚ ਕਦੇ ਵੀ ਗਲਤਾਨ ਨਹੀਂ ਹੁੰਦੇ, ਫਸਦੇ ਨਹੀਂ ਹਨ। ਨਿਕਟ ਬੁਝੈ ਸੋ ਬੁਰਾ ਕਿਉ ਕਰੇ। ਅੱਛਾ, ਨਿਕਟ ਨਾ ਜਾਣੈ, ਜਿਹੜਾ ਨੇੜੇ ਨਹੀਂ ਜਾਣਦਾ, ਨੁਕਸਾਨ ਕੀ ਆ? ਸੋ ਬੋਲੇ ਕੂੜ। ਗੁਰੂ ਸਾਹਿਬ ਕਹਿੰਦੇ ਜਿਹੜਾ ਨੇੜੇ ਨਹੀਂ ਜਾਣਦਾ ਤੇ ਭਾਈ ਉਹ ਕੂੜ ਦਾ ਧਾਰਨੀ ਹੋ ਜਾਂਦਾ। ਬੋਲੇ ਕੂੜ, ਕੂੜ ਤੋਂ ਭਾਵ ਝੂਠ। ਉਹ ਇਨਸਾਨ ਝੂਠੇ ਜੀਵਨ ਵਾਲਾ, ਝੂਠੀ ਜ਼ਿੰਦਗੀ ਜਿਉਣ ਵਾਲਾ, ਝੂਠ ਨਾਲ ਯਾਰੀ ਪਾ ਕੇ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਝੂਠੀ ਬਣਾ ਲੈਂਦਾ ਗਾ ਤੇ ਸੱਚ ਗਵਾਚ ਜਾਂਦਾ ਗਾ। ਹੀਰੇ ਮੋਤੀ ਗਵਾਚ ਜਾਂਦੇ ਨੇ ਤੇ ਔਗਣ ਔਗਣ ਰਹਿ ਜਾਂਦੇ ਨੇ। ਇਉਂ ਕਹਿ ਲੋ ਵਿੱਚੋਂ ਖੁਸ਼ਬੂ ਖਤਮ ਹੈ, ਕੇਵਲ ਪੰਖੜੀਆਂ ਰਹਿ ਗਈਆਂ, ਜਿਹੜੀਆਂ ਪੰਖੜੀਆਂ ਵਿੱਚ ਕਿਸੇ ਤਰ੍ਹਾਂ ਦੀ ਖੁਸ਼ਬੂ ਨਹੀਂ ਹੈ। ਜ਼ਿੰਦਗੀ ਦੇ ਵਿੱਚੋਂ ਗੁਣਾਂ ਦੀ ਖੁਸ਼ਬੂ ਉਹ ਮਨੁੱਖ ਗਵਾ ਲੈਂਦਾ ਹੈ। ਤੇ ਅੱਜ ਦੇ ਉਹ ਹਾਲਾਤ ਨੇ, ਅੱਜ ਦਾ ਉਹ ਸਮਾਂ, ਅੱਜ ਦਾ ਉਹ ਵਕਤ ਹੈ, ਤੁਸੀਂ ਖੁਦ ਆਪਣੀਆਂ ਅੱਖਾਂ ਨਾਲ ਵੇਖ ਰਹੇ ਹੋ ਵੀ ਭਾਵ ਪਰਮਾਤਮਾ ਨੂੰ ਨਾ ਨੇੜੇ ਜਾਣਨ ਵਾਲਾ ਵਿਅਕਤੀ ਆਪਣੇ ਆਪ ਦਾ ਤੇ ਦੁਨੀਆ ਦਾ ਕਿੰਨਾ ਨੁਕਸਾਨ ਕਰਦਾ ਹੈ। ਇਹ ਨਹੀਂ ਇਕੱਲਾ ਵੀ ਉਹ ਦੂਜਿਆਂ ਦਾ ਨੁਕਸਾਨ ਕਰਦਾ, ਆਪਣੇ ਆਪ ਦਾ ਨੁਕਸਾਨ ਵੀ ਕਰ ਰਿਹਾ ਹੈਗਾ। ਪਰ ਮਨੁੱਖ ਨੂੰ ਭੁਲੇਖਾ ਹੁੰਦਾ ਵੀ ਮੈਂ ਬਚ ਰਿਹਾ, ਹੋਰ ਮੱਚ ਰਹੇ ਨੇ। ਇਹ ਤਾਂ ਸੀਖ ਦੀ ਆਪਣੀ ਬਹੁਤ ਵੱਡੀ ਕਮਜ਼ੋਰੀ ਆ। ਤੀਲੀ ਮਾਚਿਸ, ਸੀਖਾਂ ਵਾਲੀ ਡੱਬੀ ਦੀ ਵਿੱਚੋਂ ਇੱਕ ਤੀਲ ਨਿਕਲੀ ਆ, ਉਹ ਤੀਲ ਦੀ ਬਹੁਤ ਵੱਡੀ ਕਮਜ਼ੋਰੀ ਆ। ਕਿਹੜੀ ਕਮਜ਼ੋਰੀ ਆ? ਵੀ ਜੇ ਤੀਲ ਸਮਝੇ, ਕੀ ਸਮਝੇ? ਵੀ ਮੈਂ ਬਚ ਜਾਵਾਂਗੀ ਤੇ ਮੈਂ ਹੋਰਾਂ ਨੂੰ ਬਚਾ ਦੇਵਾਂਗੀ, ਉਹਦੀ ਕਮਜ਼ੋਰੀ ਆ। ਨਹੀਂ, ਪਹਿਲਾਂ ਤੀਲ ਨੂੰ ਆਪਣੇ ਆਪ ਨੂੰ ਮਚਾਉਣਾ ਪੈਂਦਾ, ਆਪਣੇ ਮੂੰਹ ਨੂੰ ਅੱਗ ਲਾਉਣੀ ਪੈਂਦੀ ਆ, ਫਿਰ ਹੋਰਾਂ ਨੂੰ ਮਚਾਉਂਦੀ ਆ। ਇਵੇਂ ਜਿਵੇਂ ਦੁਨੀਆ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਮਨੁੱਖ ਸਾਖਤ ਮਨੁੱਖ ਆ, ਜਿਹੜਾ ਆਪ ਵੀ ਮਚ ਰਿਹਾ ਤੇ ਹੋਰਾਂ ਨੂੰ ਵੀ ਮਚਾ ਰਿਹਾ ਹੈਗਾ। ਤੇ ਭਲੇ ਪੁਰਖ ਦਾ ਸੁਭਾਅ ਕਿਹੋ ਜਿਹਾ? ਆਪਾਂ ਨੂੰ ਪਤਾ, ਉਹ ਆਪ ਵੀ ਮੱਚਣੋਂ ਬਚ ਜਾਂਦਾ ਤੇ ਹੋਰਾਂ ਨੂੰ ਵੀ ਮੱਚਣੋਂ ਬਚਾ ਲੈਂਦਾ। ਆਪ ਵੀ ਉਹ ਬੁਰਾਈਆਂ ਦਾ ਸ਼ਿਕਾਰ ਨਹੀਂ ਹੁੰਦਾ ਤੇ ਹੋਰਾਂ ਨੂੰ ਵੀ ਬੁਰਾਈਆਂ ਦਾ ਸ਼ਿਕਾਰ ਨਹੀਂ ਬਣਨ ਦਿੰਦਾ। ਉਹ ਕਿਹੜਾ ਮਨੁੱਖ ਹੈ? ਗੁਰੂ ਨਾਨਕ ਸਾਹਿਬ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ, ਐਸੋ ਗਿਆਨ ਬਿਰਲੋ ਹੀ ਪਾਏ। ਬਿਰਲੇ ਬਿਰਲਿਆਂ ਨੇ ਭਾਈ ਇਹ ਨਿਰਲੇਪਤਾ ਵਾਲਾ ਪੱਖ ਆਪਣੀ ਜ਼ਿੰਦਗੀ ਦੇ ਵਿੱਚ ਸਮਝਿਆ ਹੈ। ਜਤ ਜਤ ਜਾਈਐ ਤਤ ਦ੍ਰਿਸ਼ਟਾਏ। ਫਿਰ ਮੈਂ ਜਿੱਥੇ ਜਿੱਥੇ ਵੀ ਜਾਂਦਾ ਹਾਂ, ਜਿੱਥੇ ਜਿੱਥੇ ਵੀ ਵੇਖਦਾ ਹਾਂ, ਉਹ ਪਰਮਾਤਮਾ ਮੇਰੇ ਸਨਮੁਖ ਹਾਜ਼ਰ ਨਾਜ਼ਰ ਮੈਨੂੰ ਦਿਸਦਾ ਹੈ। ਰਹਾਉ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਏਕੋ ਰੂਪ ਸਗਲੋ ਪਸਾਰਾ। ਫਿਰ ਪਾਤਸ਼ਾਹ ਨੇ ਕਿੱਡੀ ਵੱਡੀ ਗੱਲ ਕਹੀ ਆ। ਕਹਿੰਦੇ ਪਰਮਾਤਮਾ ਦਾ ਰੂਪ ਇੱਕੋ ਹੀ ਆ। ਪੂਰੀ ਮਨੁੱਖਤਾ, ਸਾਰੇ ਜੀਵ ਉਹ ਪਰਮਾਤਮਾ ਦਾ, ਖੁਦ ਦਾ, ਭਗਵਾਨ ਦਾ ਰੂਪ ਹਨ। ਅੱਛਾ, ਜੇ ਬੰਦੇ ਨੇ ਇਸ ਚੀਜ਼ ਨੂੰ ਮੰਨ ਲਿਆ, ਬੰਦਾ ਫਿਰ ਵੀ ਬੁਰਾਈਆਂ ਤੋਂ ਬਚ ਜਾਵੇਗਾ। ਮੰਨ ਲਓ ਜੇ ਮਨੁੱਖ ਦੇ ਅੰਦਰ ਕਿਸੇ ਜੀਵ ਨੂੰ ਖਤਮ ਕਰਨ ਦੀ ਭਾਵਨਾ ਬਣਦੀ ਆ, ਤਾਂ ਨਾਲ ਦੀ ਨਾਲ ਇਹ ਬਾਣੀ ਦੀ ਤੁਕ ਯਾਦ ਆ ਜਾਵੇ, ਇਹ ਬਾਣੀ ਦੀ ਸਦਵਰਤੋਂ ਕਰਨੀ ਸਿੱਖ ਗਿਆ ਤੇ ਯਾਦ ਕੀ ਆ ਗਿਆ? ਯਾਦ ਇਹ ਆ ਗਿਆ ਵੀ ਪਰਮਾਤਮਾ ਦਾ ਰੂਪ ਹੀ ਹੈ ਜਿਹਨੂੰ ਮੈਂ ਖਤਮ ਕਰਨ ਦੇ ਲਈ ਤੁਲਿਆ ਹੋਇਆ ਹਾਂ। ਜੇ ਮੈਂ ਇਸ ਵਸਤੂ ਨੂੰ, ਇਸ ਜੀਵ ਨੂੰ ਖਤਮ ਕਰਨ ਦੇ ਲਈ ਤੁਰ ਪਿਆ ਨਾ, ਤਾਂ ਮੰਨ ਲਵਾਂ ਮੈਂ ਪਰਮਾਤਮਾ ਨੂੰ ਖਤਮ ਕਰਨ ਲਈ ਤੁਰ ਪਿਆ, ਰੱਬ ਜੀ ਦੀ ਸੂਰਤ ਢਾਉਣ ਦੇ ਲਈ ਤੁਰ ਪਿਆ।
ਪਰਮਾਤਮਾ ਨੂੰ ਮਾਰਨ ਦੇ ਲਈ ਤੁਰ ਪਿਆ। ਮੇਰੇ ਅੰਦਰ ਦੀ ਭਾਵਨਾ ਆ ਬਣ ਜਾਵੇ। ਫਿਰ ਪਾਤਸ਼ਾਹ ਨੇ ਦੱਸਿਆ ਕੀ ਆ, ਏਕ ਰੂਪ ਸਗਲੋ ਪਸਾਰਾ। ਜਿੰਨਾ ਵੀ ਪਸਾਰਾ ਪਸਰ ਰਿਹਾ ਹੈ, ਜਿੰਨੀ ਰਚਨਾ ਉਹ ਪ੍ਰਮਾਤਮਾ ਦੀ ਰਚੀ ਹੋਈ, ਪਾਤਸ਼ਾਹ ਜੀ ਕਹਿੰਦੇ ਵੇਖ ਰਿਹਾ ਨਾ, ਇਹ ਸਾਰੀ ਦੀ ਸਾਰੀ ਉਹ ਪ੍ਰਮਾਤਮਾ ਦਾ ਖੁਦ ਦਾ ਰੂਪ ਹੈ। ਏਕੋ ਰੂਪ ਸਗਲੋ ਪਸਾਰਾ। ਫਿਰ ਆਪ ਹੀ ਉਹ ਪ੍ਰਮਾਤਮਾ ਕੀ ਕਰਦਾ, ਆਪੇ ਬਣਜ ਆਪ ਵਿਵਹਾਰਾ। ਉਹ ਆਪ ਹੀ ਵਣਜ ਕਰਨ ਵਾਲਾ, ਵਿਹਾਰ ਕਰਨ ਵਾਲਾ, ਵਰਤਾਓ ਕਰਨ ਵਾਲਾ। ਕਿਸੇ ਨਾਲ ਕਿਹੋ ਜਿਹਾ ਵਰਤਾਓ ਤੇ ਕਿਸੇ ਨਾਲ ਕਿਹੋ ਜਿਹਾ ਵਰਤਾਓ ਕਰਵਾ ਰਿਹਾ ਹੈਗਾ, ਇਹ ਉਹਦੀ ਆਪਣੀ ਖੇਡ ਆ। ਪਰ ਰਹਾਉ ਦੇ ਬੰਦ ਤੇ ਫਿਰ ਆਪਣਾ ਧਿਆਨ ਲਿਆਈਏ, ਇਸ ਗੱਲ ਨੂੰ ਸਮਝਦਾ ਕੋਈ ਕੋਈ ਆ। ਰਹਾਉ ਦੀ ਤੁਕ ਆਪਾਂ ਪੜ੍ਹੀ ਆ ਨਾ, ਗਿਆਨ ਐਸੋ ਗਿਆਨ ਬਿਰਲੋ ਹੀ ਪਾਏ। ਅਜਿਹਾ ਗਿਆਨ, ਅਜਿਹੀ ਸੂਝ, ਅਕਲ, ਬੂਝ ਪਾਉਂਦਾ ਕੋਈ ਬਿਰਲਾ ਬਿਰਲਾ ਹੀ ਆ। ਪਾਤਸ਼ਾਹ ਜੀ ਕਹਿੰਦੇ ਫਿਰ ਆਪੇ ਬਣਜ। ਬਣਜ ਤੋਂ ਭਾਵ ਕੀ ਹੈ ਕਿ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸਾਰਾ ਬਣਜ ਕਰ ਰਿਹਾ ਹੈਗਾ। ਬਣਜ ਤੋਂ ਭਾਵ ਵਪਾਰ, ਦੇਣ ਲੈਣ। ਦੇਣ ਲੈਣ ਸੱਚੀ ਮੁੱਚੀ ਉਹ ਆਪ ਹੀ ਕਰਦਾ ਗਾ। ਹੁਣ ਮੰਨ ਲਵੋ ਵੀ ਸਾਨੂੰ ਕਿਸ ਚੀਜ਼ ਦੀ ਲੋੜ ਆ, ਪਾਣੀ ਦੀ, ਉਹ ਬੈਠਾ ਅੰਦਰ ਆਪ ਹੀ ਬੋਲ ਪੈਂਦਾ ਵੀ ਪਾਣੀ ਦਾ ਵਪਾਰ ਕਰ। 1 ਗਲਾਸ 2 ਗਲਾਸ ਉਹ ਆਪਣੀ ਸਮਰੱਥਾ। ਅੰਦਰ ਬੈਠਾ ਆਪ ਹੀ ਉਹ ਪਰਮਾਤਮਾ ਭੋਜਨ ਦੀ ਮੰਗ ਕਰ ਰਿਹਾ। ਪਰ ਜੇ ਆਪਾਂ ਅਹਿਸਾਸ ਕਰੀਏ ਤਾਂ, ਜਿਵੇਂ ਆਪਾਂ ਆਪਣੇ ਆਪ ਤੇ ਅਹਿਸਾਸ ਕੀਤਾ, ਇਵੇਂ ਬਾਹਰ ਕਰਨਾ ਹੁੰਦਾ ਗਾ। ਬਸ ਆਪ ਹੀ ਉਹ ਬਣਜ ਕਰ ਰਿਹਾ ਹੈਗਾ, ਵਪਾਰ ਕਰ ਰਿਹਾ ਹੈਗਾ। ਆਪੇ ਬਣਜ ਆਪ ਵਿਵਹਾਰਾ। ਵਰਤਾਓ ਕਿਹੋ ਜਿਹਾ ਕਰਨਾਗਾ, ਉਹ ਵੀ ਪਰਮਾਤਮਾ ਆਪ ਕਰ ਰਿਹਾ ਹੈਗਾ। ਪਰ ਇਹ ਗੱਲ ਜ਼ਰੂਰ ਧਿਆਨ 'ਚ ਰੱਖਣੀ ਆ ਵੀ ਪਰਮਾਤਮਾ ਅੰਦਰ ਬੈਠਾ ਸਾਨੂੰ ਵਪਾਰ ਕਰਨ ਦੇ ਲਈ, ਵਿਵਹਾਰ ਵਰਤਾਓ ਕਰਨ ਦੇ ਲਈ ਪ੍ਰੇਰਿਤ ਕਰ ਰਿਹਾ ਹੈਗਾ। ਪਰ ਕੋਈ ਕੋਈ ਇਸ ਗੱਲ ਨੂੰ ਸਮਝਦਾ, ਬਾਕੀ ਸਾਰੇ ਇਸ ਗੱਲ ਨੂੰ ਆਪਣੇ ਤੇ ਲਾ ਲੈਂਦੇ ਆ ਵੀ ਜੋ ਕੁਝ ਕਰ ਰਿਹਾ ਮੈਂ ਕਰ ਰਿਹਾਗਾ। ਇੱਥੇ ਆ ਕੇ ਜਿਹੜੀ ਵੱਡੀ ਕਮਜ਼ੋਰੀ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੋ ਜਾਂਦੀ ਆ। ਹੁਣ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਚੀਜ਼ ਨੂੰ ਜਦੋਂ ਮਨੁੱਖ ਨੇ ਆਪਣੇ ਤੇ ਲਾ ਲੈਣ ਵੀ ਰੱਬ ਰੁੱਬ ਕੋਈ ਨਹੀਂ ਹੈ, ਜੋ ਕੁਝ ਕਰ ਰਿਹਾ ਮੈਂ ਕਰ ਰਿਹਾਗਾ। ਜੋ ਕੁਝ ਹੋ ਰਿਹਾ ਮੇਰੀ ਵਜ੍ਹਾ ਕਰਕੇ ਹੋ ਰਿਹਾ। ਜੋ ਕੁਝ ਹੋਣਾ ਸੀ ਮੇਰੇ ਕਰਕੇ ਹੋਣਾ ਸੀ, ਜੋ ਨਹੀਂ ਸੀ ਹੋਣਾ ਉਹ ਮੇਰੇ ਕਰਕੇ ਨਹੀਂ ਸੀ ਹੋਣਾ। ਕਹਿਣ ਤੋਂ ਭਾਵ ਇੱਥੇ ਅੱਜ ਦੇ ਸ਼ਬਦ ਵਿੱਚ ਸਾਰੀ ਗੱਲ ਪਰਮਾਤਮਾ ਵੱਲ ਉਂਗਲ ਕਰਕੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਸਮਝਾਈ ਆ। ਆਪ ਹੀ ਬਣਜਾਰਾ ਹੈ, ਆਪ ਹੀ ਉਹ ਤੋਲਣ ਵਾਲਾ ਤੋਲਣਹਾਰਾ ਹੈ, ਆਪ ਹੀ ਉਹ ਦੁਕਾਨਦਾਰ ਹੈ, ਆਪ ਹੀ ਉਹ ਵਰਤਾਓ ਵਿਹਾਰ ਸਾਨੂੰ ਲਾਉਣ ਵਾਲਾ ਹੈ। ਸਾਰੀ ਬਖਸ਼ਿਸ਼ ਉਹਦੀ ਆਪਣੇ ਹੱਥ ਵਿੱਚ ਆ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੇ ਆਪੇ ਬੂਝੇ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ। ਤਾਂ ਕਿ ਸੰਗਤ ਨਾਨਕ ਰਹਿਦਾ, ਕਿਉ ਕਰ ਮੂੜਾ। ਮੂੜਾ ਤੋਂ ਭਾਵ ਮੂਰਖ ਭਾਵ ਹੈ ਐ ਮੂਰਖ ਮਨੁੱਖ, ਤੂੰ ਕਿਉਂ ਨਹੀਂ ਇਸ ਗੱਲ ਨੂੰ ਸਮਝਦਾ। ਉਹ ਤਾਂ ਵਾਹਿਗੁਰੂ ਜੀ ਆਪ ਹੀ ਸਾਰਾ, ਕੰਡਾ ਵੀ ਉਹਦੇ ਹੱਥ 'ਚ ਹੀ ਹੈ, ਕੰਡਾ ਤੱਕੜੀ ਆਪੇ ਕੰਡਾ। ਤੇ ਕੰਡਾ ਜਿਹੜਾ ਫੜਿਆ ਹੋਇਆ ਹੈ ਕੰਡਾ ਵੀ ਉਹ ਆਪ ਹੀ ਆ। ਇਹ ਨਹੀਂ ਹੈ ਵੀ ਪਰਮਾਤਮਾ ਵਾਸਤੇ ਤਰਾਜੂ, ਕੰਡਾ, ਤੱਕੜ ਕਿਸੇ ਹੋਰ ਵਿਅਕਤੀ ਨੇ ਬਣਾ ਕੇ ਉਹਨੂੰ ਫੜਾਇਆ। ਉਹ ਆਪ ਹੀ ਕੰਡਾ, ਆਪ ਹੀ ਤਰਾਜੂ ਆ। ਆਪੇ ਤੋਲਣਹਾਰਾ, ਆਪ ਹੀ ਤੋਲਣ ਵਾਲਾ। ਸੌਦਾ ਕਿੰਨਾ ਪਾਉਣਾ ਕਿੰਨਾ ਨਹੀਂ ਪਾਉਣਾਗਾ। ਤੇ ਸਾਰਾ ਕੁਝ ਦੇਖੋ ਮਨੁੱਖ ਨੂੰ ਮਨੁੱਖ ਦੀ ਸਮਰੱਥਾ ਮੁਤਾਬਕ ਦਿੱਤਾ ਗਾ, ਜਿੰਨੀ ਜਿੰਨੀ ਕਿਸੇ ਨੂੰ ਜ਼ਰੂਰਤ ਹੈ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਫਿਰ ਸੋਠ ਰਾਗ ਵਿੱਚ ਵੀ ਗੁਰੂ ਸਾਹਿਬ ਨੇ ਕਹਿ ਦਿੱਤਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਉਹ ਮਾਲਕ, ਆਪੇ ਤੋਲ ਤੁਲਾਇਆ। ਕਹਿਣ ਤੋਂ ਮੁਰਾਦ ਵੀ ਸਾਰਾ ਕੁਝ ਉਹ ਵਾਹਿਗੁਰੂ ਜੀ ਦੇ ਆਪਣੇ ਹੱਥ ਵਿੱਚ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਵਿਹਾਰ ਕਰਨ ਵਾਲਾ ਵੀ, ਬਣਜ ਕਰਨ ਵਾਲਾ ਵੀ ਉਹ ਆਪ ਹੀ ਹੈ। ਇਸ ਗੱਲ ਨੂੰ ਤੂੰ ਜ਼ਰੂਰ ਅਹਿਸਾਸ ਕਰ, ਸਮਝ, ਇਸ ਗੱਲ ਤੇ ਥੋੜਾ ਜਿਹਾ ਧਿਆਨ ਫੋਕਸ ਕਰ ਆਪਣਾ।
ਪਰ ਬੰਦੇ ਦੀ ਜਿਹੜੀ ਸੁਭਾਅ ਗੀ, ਭਾਵਨਾ ਗੀ, ਉਹ ਹੋਰ ਆ। ਉਹ ਆਪਾਂ ਸਾਰੇ ਜਾਣਦੇ ਆ ਵੀ ਮਨੁੱਖ ਦਾ ਜਿਹੜਾ ਸੁਭਾਅ ਗਾ, ਭਾਵਨਾ ਗੀ, ਉਹ ਕਿਸ ਤਰ੍ਹਾਂ ਦੀ ਹੈ। ਉਹ ਮੈਂ ਮੇਰੀ ਦੇ ਵਿੱਚ ਬੰਦਾ ਖਚਿਤ ਹੋਇਆ ਪਿਆ, ਤੇ ਮੈਂ ਮੇਰੀ ਦੀ ਭਾਵਨਾ ਨੇ ਬੰਦੇ ਨੂੰ ਨਿਰਲੇਪ ਕਰਨ ਦੀ ਬਜਾਏ, ਮਤਲਬ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚੋਂ ਡੁੱਬਣ ਦੀ ਬਜਾਏ, ਵਾਹਿਗੁਰੂ ਨਿਕਲਣ ਦੀ ਬਜਾਏ ਵਿੱਚ ਡੁਬੋ ਦਿੱਤਾ। ਮੈਂ ਮੇਰੀ ਨੇ ਫਿਰ ਪਾਤਸ਼ਾਹ ਜੀ ਕਹਿੰਦੇ ਇਹ ਮੈਂ ਮੇਰੀ ਮਨੁੱਖ ਦਾ ਖਹਿੜਾ ਨਹੀਂ ਛੱਡ ਰਹੇਗੀ। ਜਿੰਨਾ ਵਕਤ ਮੈਂ ਮੇਰੀ ਵਿੱਚੋਂ ਖਹਿੜਾ ਨਹੀਂ ਛਡਵਾਉਂਦੇ ਤੇ ਉਹਨਾਂ ਟਾਈਮ ਪਾਤਸ਼ਾਹ ਜੀ ਕਹਿੰਦੇ ਅਸੀਂ ਉਸ ਪਰਮਾਤਮਾ ਦਾ ਅਹਿਸਾਸ ਨਹੀਂ ਕਰ ਸਕਾਂਗੇ। ਫਿਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਅਨਕ ਰੰਗ ਨਿਰਗੁਣ ਇੱਕ ਰੰਗਾ। ਗੱਲ ਫੇਰੀ ਦੁਬਾਰਾ ਉਸੇ ਹੀ ਸ਼ਬਦ ਦੀ ਤੁਕ ਮੁਤਾਬਕ ਜੋ ਪਹਿਲੀ ਪੜ੍ਹੀ ਆਪਾਂ, ਆਪੇ ਉਹ ਪਰਮਾਤਮਾ ਅਨਕ ਰੰਗ, ਅਨੇਕਾਂ ਰੰਗਾਂ ਦਾ ਮਾਲਕ ਹੈ। ਉਹਦੇ ਰੰਗਾਂ ਦਾ ਕਿਸੇ ਨੂੰ ਭੇਦ ਨਹੀਂ ਆਇਆ। ਇਹਦੇ ਪਰਥਾਏ ਤਾਂ ਸਾਡੀ ਦੁਨੀਆ ਦੀ ਕਲਮ ਦੀ ਲਿਖਦੀ ਆ, ਤੇ ਆਪਾਂ ਬਹੁਤ ਵਾਰੀ ਗੁਰੂ ਕੀ ਪਾਵਨ ਬਾਣੀ ਵਿੱਚ ਵੀ ਪੜ੍ਹਦੇ ਆ ਵੀ ਉਹ ਪਰਮਾਤਮਾ ਅਨੇਕਾਂ ਰੰਗਾਂ ਦੇ ਵਿੱਚ ਦੁਨੀਆ ਵਿੱਚ ਵਿਚਰ ਰਿਹਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਵਰਗੀਆਂ ਤੁਕਾਂ ਆਪਾਂ ਪੜ੍ਹਦੇ ਆ। ਉਹਦੇ ਆ ਰੰਗਾਂ ਦਾ ਉਸੇ ਨੂੰ ਪਤਾ ਵੀ ਭਾਵ ਕਿਹੋ ਜਿਹੇ ਰੰਗ ਵਿੱਚ ਉਹਨੇ ਮਨੁੱਖ ਨੂੰ ਰੰਗਣਾ, ਮਨੁੱਖ ਨੂੰ ਨਹੀਂ ਰੰਗਣਾ। ਉਹਨੂੰ ਆਪ ਨੂੰ ਖੁਦ ਨੂੰ ਪਤਾ, ਕਿਉਂਕਿ ਪਹਿਲੀ ਗੱਲ ਕੀ ਕੀਤੀ ਆ ਵੀ ਉਹ ਪਰਮਾਤਮਾ ਆਪ ਹੀ ਸਾਨੂੰ ਵਿਵਹਾਰ ਦੇ ਵਿੱਚ ਲਾਉਂਦਾ ਗਾ, ਚੰਗੇ ਵਿਹਾਰ ਵਿੱਚ ਜਾਂ ਮੰਦੇ ਵਿਹਾਰ ਵਿੱਚ, ਚੰਗੇ ਵਣਜ ਵਿੱਚ ਜਾਂ ਮੰਦੇ ਵਣਜ ਵਿੱਚ, ਨਿਰਲੇਪਤਾ ਵਾਲਾ ਜੀਵਨ ਜਾਂ ਡੁੱਬਣ ਵਾਲਾ ਜੀਵਨ, ਉਹ ਆਪ ਹੀ ਦਿੰਦਾ ਗਾ। ਫਿਰ ਪਾਤਸ਼ਾਹ ਜੀ ਕਹਿੰਦੇ ਅਨਕ ਰੰਗ, ਉਹਦੇ ਰੰਗ ਅਨੇਕਾਂ ਨੇ, ਪਰ ਉਦੋਂ ਬਾਅਦ ਗੁਰੂ ਸਾਹਿਬ ਜੀ ਕਹਿੰਦੇ ਇੱਕ ਰੰਗ ਦੇ ਵਿੱਚ ਉਹ ਆਪ ਖੁੱਭਿਆ ਹੋਇਆ ਗਾ। ਇੱਕ ਰੰਗ ਦਾ ਉਹ ਖੁਦ ਆਪ ਧਾਰਨੀ ਆ। ਰੰਗ ਬਹੁਤ ਨੇ ਪਰ ਇੱਕ ਰੰਗ ਦਾ ਧਾਰਨੀ ਆ। ਅਨਕ ਰੰਗ ਨਿਰਗੁਣ ਇੱਕ ਰੰਗਾ, ਪਰ ਉਹਦੇ ਜੀਵਨ ਵਿੱਚ ਇੱਕ ਰੰਗ ਸਪੈਸ਼ਲ ਆ। ਕਿਹੜਾ ਰੰਗ? ਜਿਹੜੇ ਰੰਗ ਨੂੰ ਗੁਰੂ ਸਾਹਿਬ ਜੀ ਸਾਨੂੰ ਵੀ ਕਹਿ ਰਹੇ ਨੇ ਤੂੰ ਵੀ ਚੜਾ ਆਪਣੀ ਜ਼ਿੰਦਗੀ 'ਚ, ਕਿਉਂਕਿ ਜਿਹੜਾ ਸੁਭਾਅ ਦਾ ਸੁਭਾਅ ਮੀਂਜ ਰੰਗ, ਉਸੇ ਰੰਗ ਦਾ ਧਾਰਨੀ ਹੋਣ ਦੀ ਦਾਤ ਗੁਰੂ ਪਾਤਸ਼ਾਹ ਸਾਨੂੰ ਦੇ ਰਹੇ ਨੇ। ਹੁਣ ਉਹ ਰੰਗ ਕਿਹੜਾ ਗਾ? ਮਾਇਆ ਦੇ ਰੰਗ ਬਹੁਤ ਨੇ। ਆਪਣੀ ਇੱਕ ਕਹਾਵਤ ਵੀ ਆ, ਪਰਸੂ ਪਰਸਾ ਪਰਸਰਾਮ, ਮਾਇਆ ਤੇਰੇ ਤੀਨ ਨਾਮ। ਪਹਿਲਾ ਕੱਲਾ ਪਰਸੂ ਆ, ਰੰਗ ਇੱਕੋ ਹੀ ਹੈਗਾ, ਛੋਟਾ ਜਿਹਾ ਰੰਗ ਹੈਗਾ। ਫਿਰ ਪਰਸਰਾਮ, ਥੋੜੀ ਜਿਹੀ ਮਾਇਆ ਵੱਧ ਗਈ, ਰੰਗ ਵੱਡਾ ਲੱਗ ਗਿਆ, ਪਰਸਰਾਮ ਹੋ ਗਿਆ। ਫਿਰ ਭਾਵ ਕੀ ਹੈ? ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖ ਜਿਉਂ-ਜਿਉਂ ਤਬਦੀਲੀ ਲਿਆਉਂਦਾ, ਤਿਉਂ-ਤਿਉਂ ਉਹਦੇ ਨਾਮ ਦੇ ਅੱਗੇ ਪਿੱਛੇ ਕੁਝ ਨਾ ਕੁਝ ਖਾਸ ਨਾਮ ਲੱਗਦਾ ਰਹਿੰਦਾ ਗਾ। ਚਾਹੇ ਪਰਸੂ ਤੋਂ ਪਰਸਾ ਬਣ ਗਿਆ, ਚਾਹੇ ਪਰਸੇ ਤੋਂ ਪਰਸਰਾਮ ਬਣ ਗਿਆ। ਪਾਤਸ਼ਾਹ ਜੀ ਕਹਿੰਦੇ ਏਦਾਂ ਮਨੁੱਖ ਬਦਲਦਾ ਹੈ। ਪਰ ਜਿਹੜਾ ਰੰਗ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਨੇ ਆਪਣੀ ਜ਼ਿੰਦਗੀ 'ਚ ਚੜਾਉਣਾ ਸੀ, ਉਹ ਨਹੀਂ ਚੜ ਸਕਿਆ। ਉਹ ਕਿਹੜਾ ਸੀ? ਤ੍ਰੈ ਗੁਣੀ ਮਾਇਆ ਤੋਂ ਪਾਤਸ਼ਾਹ ਕਹਿੰਦੇ ਨਿਰਲੇਪ ਹੋਣਾ ਸੀ। ਇੱਥੇ ਕੀ ਲਿਖਿਆ? ਉਹ ਪਰਮਾਤਮਾ ਇੱਕ ਰੰਗ ਦਾ ਧਾਰਨੀ ਹੈ। ਉਹ ਰੰਗ ਕਿਹੜਾ ਹੈ? ਸੱਚ। ਤੇ ਜੇ ਉਹ ਪਰਮਾਤਮਾ ਸੱਚ ਦਾ ਧਾਰਨੀ ਹੈ ਤਾਂ ਉਹ ਕਦੇ ਝੂਠ ਨੂੰ ਪਸੰਦ ਨਹੀਂ ਕਰਦਾ। ਉਹਦਾ ਆਪਣਾ ਸੁਭਾਅ, ਨਿੱਜੀ ਸੁਭਾਅ ਗਾ। ਉਹ ਕਦੇ ਝੂਠ ਨਾਲ ਸਮਝੌਤਾ ਨਹੀਂ ਕਰਦਾ। ਇਹ ਝੂਠੇ ਰੰਗ ਤੋਂ ਨਿਰਲੇਪ ਹੈ, ਮਾਇਆ ਦੇ ਰੰਗ ਤੋਂ ਨਿਰਲੇਪ ਹੈ। ਪਰ ਮਨੁੱਖ ਕੀ ਸੀ? ਉਹ ਪਰਮਾਤਮਾ ਦੀ ਅੰਸ਼ ਸੀ। ਪਰ ਪਾਤਸ਼ਾਹ ਜੀ ਕਹਿੰਦੇ ਨਾ, ਮਨੁੱਖ ਝੂਠ ਦੇ ਰੰਗ ਵਿੱਚ ਰੰਗਿਆ ਗਿਆ ਭਾਈ। ਮਨੁੱਖ ਝੂਠ ਦੇ ਰੰਗ ਤੋਂ ਬਚ ਨਹੀਂ ਸਕਿਆ ਗਾ, ਨਿਰਲੇਪ ਨਹੀਂ ਹੋ ਸਕਿਆ। ਸਾਨੂੰ ਬਖਸ਼ਿਸ਼ ਕੀ ਕੀਤੀ ਸੀ? ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨਿਸ਼ਾਨ ਹੈ। ਸਾਡੇ ਤੇ ਬਖਸ਼ਿਸ਼ ਤਾਂ ਇਹ ਕੀਤੀ ਸੀ ਨਾ ਵੀ ਤੂੰ ਏਦਾਂ ਦਾ ਸੁਭਾਅ ਬਣਾ ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਹੈ। ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ, ਦੂਜੀ ਉਦਾਹਰਨ ਮੁਰਗਾਈ ਹੈ।
ਹੁਣ ਪੰਛੀ ਬਹੁਤ ਨੇ, ਤੁਸੀਂ ਇਸ ਗੱਲ ਬਾਰੇ ਸਾਰੇ ਜਾਣਦੇ ਹੋ, ਪਰ ਜਦੋਂ ਪੰਛੀ ਕੋਈ ਪਾਣੀ ਵਿੱਚ ਭੇਜੇ ਨਾ ਤੇ ਉਹਨੂੰ ਬਾਹਰ ਆ ਕੇ ਪਹਿਲਾਂ ਆਪਣੀਆਂ ਪੰਖੜੀਆਂ ਸੁਕਾਉਣੀਆਂ ਪੈਂਦੀਆਂ ਤੇ ਫਿਰ ਉਹ ਉਡਾਰੀ ਭਰਦਾ। ਮੁਰਗਿਆਈ ਵਿੱਚ ਇੱਕ ਗੁਣ ਹੈਗਾ, ਉਹ ਪਾਣੀ ਵਿੱਚ ਰਹਿੰਦੀ ਹੋਈ ਉਡਾਰੀ ਸਿੱਧੀ ਭਰ ਜਾਂਦੀ ਆ ਤੇ ਪਾਣੀ ਵਿੱਚ ਸਿੱਧੀ ਆ ਕੇ ਉਤਰ ਆਉਂਦੀ ਆ। ਉਹਦੇ ਖੰਭਾਂ ਤੇ ਉਹਦੇ ਭਾਵ ਪੰਖੜੀਆਂ ਤੇ ਪਾਣੀ ਕਿਸੇ ਵੀ ਤਰ੍ਹਾਂ ਆਪਣਾ ਅਸਰ ਨਹੀਂ ਵਿਖਾਉਂਦਾ। ਗੁਰਮੁਖ ਨੇ ਕਿਹੋ ਜਿਹਾ ਜੀਵਨ ਜਿਉਣਾ ਸੀ? ਗੁਰਮੁਖ ਨੇ ਆਹ ਜੀਵਨ ਜਿਉਣਾ ਸੀ ਮਾਇਆ ਵਿੱਚ ਰਹਿੰਦਾ ਹੋਇਆ। ਮਾਇਆ ਦੇ ਵਿੱਚ, ਦੁਨੀਆ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ ਰਹਿੰਦਾ ਹੋਇਆ ਮੁਰਗਾਈ ਵਾਂਗੂ ਤੇ ਕਮਲ ਦੇ ਫੁੱਲ ਵਾਂਗ ਜ਼ਿੰਦਗੀ ਜਿਉਣੀ ਸੀ। ਰਹਿਣਾ ਚਿੱਕੜ ਸੀ, ਵੀ ਰਹਿਣਾ ਚਿੱਕੜ ਤੋਂ ਨਿਰਲੇਪ, ਲਿਬੜਨਾ ਨਹੀਂ ਸੀਗਾ। ਰਹਿਣਾ ਪਾਣੀ 'ਚ ਸੀ, ਪਰ ਪਾਣੀ 'ਚ ਆਪਣੇ ਖੰਭ ਨਹੀਂ ਸੀ ਗਿੱਲੇ ਹੋਣ ਦੇਣਗੇ। ਬਸ ਆਹ ਰੰਗ ਦਾ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਆ। ਜਿਨ੍ਹਾਂ ਨੂੰ ਚੜ ਗਿਆ ਫਿਰ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਆ। ਭਲੋਰੇ 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 ਦੇ ਧਾਰਨੀ ਬਣ ਜਾਂਦੇ ਨੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਰੰਗ ਤੋਂ ਉਹ ਪਰਮਾਤਮਾ ਮੁਕਤ ਹੈ। ਉਹ ਝੂਠ ਨਾਲ ਕਦੇ ਸਮਝੌਤਾ ਨਹੀਂ ਕਰਦਾ। ਨਿਰਗੁਣ ਇੱਕ ਰੰਗਾ, ਇਹ ਰੰਗ ਦਾ ਧਾਰਨੀ ਨਹੀਂ ਹੈ। ਤੇ ਤੂੰ ਵੀ ਮਨੁੱਖ ਆਪਣੇ ਜੀਵਨ ਨੂੰ ਇੱਕ ਰੰਗ ਦਾ ਧਾਰਨੀ ਨਾ ਬਣਾ। ਝੂਠ ਨਾਲ ਕਦੇ ਸਮਝੌਤਾ ਕਿਸੇ ਹਾਲ ਵੀ ਨਾ ਕਰ। ਤੇ ਇੱਥੇ ਹੁਣ ਆਪਾਂ ਜੇ ਦ੍ਰਿਸ਼ਟਾਂਤ ਲਈਏ, ਸਾਡੇ ਇਤਿਹਾਸ ਦੇ ਵਿੱਚ ਬੜੀਆਂ ਉਦਾਹਰਨਾਂ ਨੇ, ਇੱਕ ਨਹੀਂ ਅਨੇਕਾਂ। ਜਿਹੜੀਆਂ ਉਦਾਹਰਨਾਂ ਨੂੰ ਆਪਾਂ ਇਉਂ ਸਮਝ ਗਏ, ਇੱਕੋ ਹੀ ਮਿਸਾਲ ਲੈ ਕੇ, ਵੀ ਜਿੰਨੇ ਵੀ ਸਾਡੀ ਕੌਮ ਦੇ ਮਹਾਨ ਯੋਧੇ ਹੋਏ ਨੇ, ਬਸ ਜਿੰਨੇ ਵੀ ਹੋਏ ਨੇ, ਅਰਦਾਸ ਵਿੱਚੋਂ ਆਪਾਂ ਸਹਾਰਾ ਲੈ ਲਓ, ਜਿੰਨਾ ਵੀ ਸਿੰਘਾਂ ਨੇ, ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਨੇ, ਬੰਦ ਕਟਵਾ ਗਏ, ਚਾਹੇ ਪੁੱਠੀਆਂ ਖੱਲਾਂ ਲੁਹਾ ਗਏ, ਚਾਹੇ ਉਹ ਜਿਵੇਂ ਮਰਜੀ ਜੋ ਮਰਜੀ ਤਸੀਹਾ ਚੱਲ ਗਏ, ਪਰ ਉਹਨਾਂ ਨੇ ਝੂਠ ਨਾਲ ਸਮਝੌਤਾ ਨਹੀਂ ਕੀਤਾ। ਬਸ ਆਹ ਰੰਗ ਦੇ ਧਾਰਨੀ ਨਹੀਂ ਹੋਏਗੇ। ਝੂਠ ਨਾਲ ਉਹਨਾਂ ਨੇ ਸਮਝੌਤਾ ਨਹੀਂ ਕੀਤਾ, ਚਾਹੇ ਉਹ 4 ਸਾਲ ਦਾ ਸਾਡੀ ਕੌਮ ਦਾ ਸ਼ਹੀਦ ਆ, ਚਾਹੇ ਉਹ ਸਾਡੀ ਕੌਮ ਦਾ 7 ਦਾ, ਚਾਹੇ 9 ਸਾਲ ਦੀ ਉਮਰ ਦਾ ਸ਼ਹੀਦ ਆ, ਚਾਹੇ ਸਾਡੀ ਕੌਮ ਦੀਆਂ ਉਹ ਮਾਵਾਂ ਸ਼ਹੀਦ ਨੇ, ਤੇ ਚਾਹੇ ਸਾਡੀ ਕੌਮ ਦੇ ਬਜ਼ੁਰਗ ਸ਼ਹੀਦ ਨੇ, ਨੌਜਵਾਨ ਸ਼ਹੀਦ ਨੇ, ਕੋਈ ਵੀ ਨਹੀਂ। ਇਸੇ ਕਰਕੇ ਸਾਡੀ ਦੁਨੀਆ ਦੇ ਵਿੱਚ, ਇਸੇ ਕਰਕੇ ਸਾਡੀ ਦੁਨੀਆ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਦੇ ਪਿਆਰਿਆਂ ਨੂੰ, ਜਿਨ੍ਹਾਂ ਨੂੰ ਆਪਾਂ ਗੁਰਮੁਖ ਜਨ ਵੀ ਕਹਿ ਦਿੰਦੇ ਆ, ਖਾਲਸਾ ਵੀ ਕਹਿ ਦਿੰਦੇ ਆ, ਜਾਂ ਆਪਣੀ ਭਾਸ਼ਾ 'ਚ ਆਪਾਂ ਸਿੱਖ ਵੀ ਕਹਿ ਦਿੰਦੇ ਹਾਂ, ਸਿੱਖਾਂ ਦੀ ਕੌਮ ਤੋਂ ਹਰ ਕੋਈ ਚਿਫਦਾ। ਇਸੇ ਕਰਕੇ ਸਿੱਖ ਹਰ ਇੱਕ ਦੀ ਅੱਖ ਵਿੱਚ ਕਣ ਵਾਂਗ ਰੜਕਦਾ, ਇਸੇ ਕਰਕੇ ਰੜਕਦਾ। ਚਾਹੇ ਉਹ ਮੌਕੇ ਦੀ ਸਰਕਾਰ ਕੋਈ ਸਿੱਖਾਂ ਨਾਲ ਸੰਬੰਧਤ ਆ, ਚਾਹੇ ਮੌਕੇ ਦੀ ਸਰਕਾਰ ਸਿੱਖਾਂ ਨਾਲ ਸੰਬੰਧਤ ਨਹੀਂ ਹੈ। ਬਸ ਆਹੀ ਕਾਰਨ ਹੈਗਾ ਵੀ ਇਹਨਾਂ ਦੇ ਵਿੱਚ ਵਿਕਣ ਵਾਲਾ, ਝੂਠ ਨਾਲ ਸਮਝੌਤਾ ਕਰਨ ਵਾਲਾ ਗੁਣ ਆ ਜਿਹੜਾ, ਉਹ ਹੈ ਹੀ ਨਹੀਂ। ਪਰ ਅੱਜ ਹੈਰਾਨੀ ਆ ਵੀ ਅੱਜ ਅਸੀਂ ਵਿਕ ਰਹੇ ਆ। ਬਸ ਇੰਨੀ ਕਾਫੀ ਆ, ਤੁਸੀਂ ਸਾਰਾ ਇਸ ਗੱਲ ਨੂੰ ਸਮਝ ਰਹੇ ਹੋ। ਪਰ ਜਿਹੜਾ ਵਿਕ ਰਿਹਾ ਨਾ, ਉਹਨੂੰ ਭੁਲੇਖਾ ਵੀ ਮੈਂ ਬਚ ਜਾਊਂਗਾ ਤੇ ਦੂਜਿਆਂ ਨੂੰ ਮੈਂ ਵੇਚ ਕੇ ਲਾਹਾ ਖੱਟ ਜਾਊਂਗਾ, ਇਹ ਉਹਦਾ ਬਹੁਤ ਵੱਡਾ ਭੁਲੇਖਾ। ਸਿੱਖਾਂ ਵਾਲੀ ਡੱਬੀ ਹੈ ਨਾ, ਆਪਾਂ ਉਦਾਹਰਨ ਪਹਿਲਾਂ ਤੇ, ਸਿੱਖ ਨੂੰ ਭੁਲੇਖਾ ਵੀ ਮੈਂ ਮੱਚਣੋਂ ਬਚ ਗਈ, ਮੈਂ ਤਾਂ ਹੋਰਾਂ ਨੂੰ ਮਚਾਉਣੀ ਆ, ਉਹਨੂੰ ਭੁਲੇਖਾ ਵਿਚਾਰੀ ਨੂੰ। ਪਰ ਨਹੀਂ, ਕਮਲੀ ਨੂੰ ਐ ਨਹੀਂ ਪਤਾ ਪਹਿਲਾਂ ਮੱਚੂ ਤਾਂ ਮਈ, ਦੂਜੇ ਦਾ ਬਾਅਦ 'ਚ ਹੀ ਮੱਚਣਗੇ। ਬਸ ਇਹ ਸਾਡੀ ਕੌਮ ਦੇ ਸਿਆਣੇ ਆਗੂਆਂ ਨੂੰ ਛੱਡ ਕੇ ਬਹੁਤਿਆਂ ਨੂੰ ਭੁਲੇਖਾ ਪੈ ਗਿਆ ਵੀ ਪਹਿਲਾਂ ਤਾਂ ਅਸੀਂ ਹੋਰਾਂ ਨੂੰ ਮਚਾਵਾਂਗੇ, ਫੇਰ ਆਪ ਮੱਚਾਂਗੇ। ਕੀ ਪਤਾ ਸਾਡੀ ਮੱਚਣ ਦੀ ਵਾਰੀ ਆਵੇ ਜਾਂ ਨਾ ਆਵੇ, ਪਰ ਗੁਰੂ ਸਾਹਿਬ ਕਹਿੰਦੇ ਭੁਲੇਖਾ ਤੈਨੂੰ। ਚਲੋ, ਕਹਿਣ ਤੋਂ ਮੁਰਾਦ ਵੀ ਸਾਡੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਕਿਤੇ ਵੀ ਨਹੀਂ ਇਦਾਂ ਦਾ ਲਿਖਿਆ ਗਿਆ ਵੀ ਸਿੱਖ ਫਲਾਣੇ ਥਾਂ ਤੇ ਵਿਕ ਗਿਆ, ਸਿੱਖ ਵਿਕਿਆ ਨਹੀਂ ਸੀਗਾ। ਬਸ ਇਹ ਰੰਗ ਤੋਂ ਗੁਰੂ ਸਾਹਿਬ ਕਹਿੰਦੇ ਤੂੰ ਨਿਰਲੇਪ ਹੋ ਜਾ, ਇਸ ਰੰਗ ਦਾ ਧਾਰਨੀ ਨਹੀਂ ਬਣਨਾ। ਬਾਕੀ ਰੰਗ ਤੂੰ ਜੋ ਮਰਜ਼ੀ ਚੜਾ ਲਾ, ਬਾਕੀ ਬੜੇ ਰੰਗ ਨੇ ਦੁਨੀਆ ਦੇ ਵਿੱਚ ਸੱਚ ਦੇ ਨਾਲ ਜੁੜੇ ਹੋਏ। ਫਿਰ ਪਾਤਸ਼ਾਹ ਨੇ ਲਿਖਿਆ ਕੀ ਸੀ? ਆਪ ਹੀ ਉਹ ਪਰਮਾਤਮਾ ਅਨੇਕਾਂ ਰੰਗਾਂ ਵਿੱਚ ਵਿਚਰਦਾ, ਉਹਦੇ ਰੰਗਾਂ ਦਾ ਕਿਸੇ ਨੂੰ ਕੋਈ ਭੇਤ ਨਹੀਂਗਾ, ਤੇ ਆਪ ਹੀ ਉਹ ਇੱਕ ਰੰਗ ਦਾ ਧਾਰਨੀ ਹੈ। ਇੱਕ ਰੰਗ ਸੱਚ ਦਾ ਧਾਰਨੀ ਆ,
ਆਪ ਹੀ ਇੱਕ ਰੰਗ ਤੋਂ ਉਹ ਨਿਰਲੇਪ ਹੈ। ਕਿਹੜੇ ਰੰਗ ਤੋਂ? ਝੂਠ ਤੋਂ। ਝੂਠ ਨਾਲ ਉਹ ਸਮਝੌਤਾ ਨਹੀਂ ਕਰਦਾ। ਸਾਡੇ ਤੇ ਬਖਸ਼ਿਸ਼ ਆ ਹੋ ਜਾਵੇ, ਕਾਸ਼ ਸਾਡਾ ਜੀਵਨ ਸੋਹਣਾ ਬਣ ਜਾਵੇਗਾ। ਫਿਰ ਪਾਤਸ਼ਾਹ ਜੀ ਲਿਖਦੇ ਨੇ, ਆਪੇ ਜਲ ਆਪ ਹੀ ਤਰੰਗਾ। ਫਿਰ ਉਹ ਪਰਮਾਤਮਾ ਭਾਈ ਐਸੀ ਅਵਸਥਾ ਵਿੱਚ ਜ਼ਿੰਦਗੀ ਜਿਉਂਦਾ ਆਪਣੀ। ਵੈਸੇ ਆਪਾਂ ਕਹਿੰਦੇ ਪਰਮਾਤਮਾ ਨਜ਼ਰ ਨਹੀਂ ਆਉਂਦਾ, ਪਰਮਾਤਮਾ ਦੀਂਦਾ ਨਹੀਂ ਹੈ, ਪਤਾ ਨਹੀਂ ਕਦੋਂ ਸਾਡੀ ਪਰਮਾਤਮਾ ਸੁਣੇਗਾ, ਕਦੋਂ ਨਹੀਂ ਸੁਣੇਗਾ। ਇਹਦੇ ਬਾਰੇ ਸਾਡੇ ਆਮ ਹੀ ਵਹਿਮ, ਸ਼ੰਕੇ, ਭੁਲੇਖੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਉਹ ਤਾਂ ਸਦਾ ਹੀ ਸੁਣ ਰਿਹਾ ਭਾਈ, ਉਹ ਤਾਂ ਸਦਾ ਹੀ ਤੇਰੇ ਅੰਗ ਸੰਗ ਆ, ਪਰ ਮਹਿਸੂਸ ਕਰਕੇ ਵੇਖ। ਉਹ ਤਾਂ ਹਰ ਵਕਤ ਨਾਲ ਹੀ ਆ ਨਾ, 24 ਘੰਟੇ। ਆਰੰਭ ਤਾਂ ਆਪਣੀ ਇੱਥੋਂ ਹੋਈ ਆ ਵੀ ਪਰਮਾਤਮਾ ਐਸੋ ਗਿਆਨ ਬਿਰਲੋ ਹੀ ਪਾਏ। ਆਰੰਭ ਤਾਂ ਇੱਥੋਂ ਹੋਈ ਆ ਵੀ ਅਜਿਹੀ ਅਕਲ, ਅਜਿਹੀ ਸੂਝ, ਅਜਿਹੀ ਬੂਝ ਕੋਈ ਬਿਰਲਾ ਬਿਰਲਾ ਪਾਉਂਦਾ। ਹਰੇਕ ਦੇ ਬਸ ਦੀ ਗੱਲ ਨਹੀਂ ਵੀ ਮਨੁੱਖ ਉਹ ਪਰਮਾਤਮਾ ਨੂੰ ਮਹਿਸੂਸ ਕਰ ਲੇ। ਹਾਂ, ਕਰਦਾ ਜ਼ਰੂਰ ਆ, ਪਰ ਮਨੁੱਖ ਦਾ ਜਿਹੜਾ ਸੁਭਾਅ ਨਾ ਉਹ ਪਸ਼ੂ ਬਿਰਤੀ ਦਾ ਬਣ ਗਿਆ। ਜਿਵੇਂ ਕਿ ਉਦਾਹਰਨ ਕਈ ਵਾਰ ਤੁਸੀਂ ਸੁਣਿਆ, ਪਸ਼ੂਆਂ ਕੋਲੇ ਕੋਈ ਪਸ਼ੂ ਮਰ ਜਾਵੇ ਨਾ, ਤੇ ਪਸ਼ੂ ਚੱਕਣ ਵਾਲਾ ਉਹਨੂੰ ਖਿੱਚ ਕੇ ਲੈ ਜਾਂਦਾ ਪਸ਼ੂ ਨੂੰ, ਤੇ ਪਸ਼ੂਆਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾਗਾ। ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ। ਸਪੈਸ਼ਲ ਕੋਈ ਭੋਗ ਨਹੀਂ ਪੈਂਦੇ, ਸਪੈਸ਼ਲ ਕੋਈ ਕਾਣਾ ਮਕਾਣਾ ਨਹੀਂ ਆਉਂਦੀਆਂ, ਸਪੈਸ਼ਲ ਉਹ ਪਸ਼ੂ ਨਾ ਬੈਠ ਕੇ ਦਰਦ ਨਹੀਂ ਬਣਾਉਂਦੇਗੇ ਵੀ ਮਾੜਾ ਕੰਮ ਹੋਇਆ, ਏਦਾਂ ਦੀ ਗੱਲਬਾਤ ਨਹੀਂ ਕਰਦੇਗੇ। ਜੇ ਮਨੁੱਖ ਦਾ ਸੁਭਾਅ ਅੱਜ ਆ, ਤਾਂ ਫਿਰ ਮੰਨਣਾ ਪਊ ਵੀ ਸਾਡੇ ਜੀਵਨ ਵਿੱਚ ਵੀ ਪਸ਼ੂ ਬਿਰਤੀ ਆ ਵੜੀ ਆ। ਤੇ ਨਹੀਂ ਮਨੁੱਖ ਦੇ ਜੀਵਨ ਦਾ ਪੱਖ ਕਿਹੋ ਜਿਹਾ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਵੀ ਰੱਬ ਬੜਾ ਤਰਸਵਾਨ ਆ, ਤੇ ਮਨੁੱਖ ਦੇ ਅੰਦਰ ਵੀ ਤਰਸ ਦਇਆ ਹੋਣੀ ਜ਼ਰੂਰੀ ਆ। ਚਾਹੇ ਉਹ ਪਾਣੀ ਪਿਲਾਉਣ ਦੇ ਸੰਬੰਧੀ ਆ, ਚਾਹੇ ਉਹ ਮੱਲ ਮਿਲਾਉਣ ਦੇ ਸੰਬੰਧੀ ਆ, ਚਾਹੇ ਉਹ ਪੱਟੀ ਕਰਨ ਦੇ ਸੰਬੰਧੀ ਆ, ਚਾਹੇ ਕਿਸੇ ਦੀ ਇੱਜ਼ਤ ਬਚਾਉਣ ਦੇ ਸੰਬੰਧੀ ਆ, ਚਾਹੇ ਕਿਸੇ ਦੀ ਜਾਨ ਬਚਾਉਣ ਦੇ ਸੰਬੰਧੀ ਆ। ਪਰ ਅੱਜ ਜਾਨ ਬਚਾਉਣ ਦੀ ਬਜਾਏ ਮਨੁੱਖ ਦੀ ਜਾਨ ਲੈਣ ਲੱਗ ਗਿਆ। ਫਿਰ ਪਾਤਸ਼ਾਹ ਜੀ ਲਿਖਦੇ ਨੇ, ਕਹਿੰਦੇ ਉਹ ਪਰਮਾਤਮਾ ਤਾਂ ਇਉਂ ਸਾਡੇ ਵਿੱਚ ਵਰਤ ਰਿਹਾ ਜਿਵੇਂ ਕਹਿੰਦੇ ਜਲ ਤੇ ਜਲ ਦੀ ਤਰੰਗ ਹੈ। ਭਗਤ ਰਵਿਦਾਸ ਨੇ ਵੀ ਨਮੂਨਾ ਬਣਾਇਆ ਨਾ, ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ, ਜੈਸੇ ਜਲ ਤਰੰਗ ਹੋਏ ਜੈਸਾ। ਭਗਤ ਰਵਿਦਾਸ ਜੀ ਕਹਿੰਦੇ ਨਾ, ਮੇਰੇ ਵਿੱਚ ਤੇ ਪਰਮਾਤਮਾ ਵਿੱਚ ਤਾਂ ਕੋਈ ਅੰਤਰ ਨਹੀਂ, ਅਸੀਂ ਤਾਂ ਇਉਂ ਆ ਇੱਕ ਦੂਜੇ ਨਾਲ। ਜਿਵੇਂ ਜਲ ਵਿੱਚ ਤਰੰਗਾਂ ਉੱਠਦੀਆਂ, ਲਹਿਰਾਂ ਉੱਠਦੀਆਂ, ਪਰ ਵਹਿੰਦਿਆਂ ਵਹਿੰਦਿਆਂ ਉਹ ਤਰੰਗਾਂ ਜਲ ਦੇ ਵਿੱਚ ਹੀ ਸਮਾ ਜਾਂਦੀਆਂ। ਇਵੇਂ ਜਿਵੇਂ ਉਹ ਪਰਮਾਤਮਾ ਆਪ ਹੀ ਉਹ ਜਲ ਹੈ ਤੇ ਆਪ ਹੀ ਤਰੰਗ ਹੈ। ਫਿਰ ਪਾਤਸ਼ਾਹ ਜੀ ਲਿਖਦੇ ਨੇ, ਆਪ ਹੀ ਮੰਦਰ। ਆਹ ਗੱਲ ਬੜੀ ਵਧੀਆ ਲਿਖੀ ਹੈ ਪਾਤਸ਼ਾਹ ਨੇ। ਵੈਸੇ ਸਾਰੀਆਂ ਗੱਲਾਂ ਹੀ ਮੇਰੀਆਂ ਮਾਲਕ ਦੀਆਂ ਬਹੁਤ ਵਧੀਆ ਨੇ, ਪਰ ਕਦੇ ਕਦੇ ਸਾਨੂੰ ਨਾ ਸਮਝ ਆਉਣ ਕਰਕੇ ਉਹ ਉੱਪਰ ਦੀ ਲੰਘ ਜਾਂਦੀਆਂ। ਇੰਨਾ ਕੁ ਜ਼ਰੂਰ ਫਰਕ ਆ, ਜਿਹੜੀ ਗੱਲ ਸਾਡੇ ਸਮਝ ਨਹੀਂ ਨਾ ਆਉਂਦੀਗੀ ਉਹਨੂੰ ਅਸੀਂ ਅਣਪਸੰਦ ਕਰ ਦਿੰਦੇ ਵੀ ਇਹ ਤਾਂ ਮੈਨੂੰ ਪਸੰਦ ਨਹੀਂ ਹੈ। ਗੁਰਬਾਣੀ ਨਾ ਸਮਝ ਆਉਣੀ, ਗੁਰਬਾਣੀ ਦੀ ਵਿਚਾਰਧਾਰਾ ਨੂੰ ਨਾ ਸਮਝਣਾ ਬੇਰਸ ਬਣ ਜਾਂਦਾ ਗਾ। ਜਿਹਨੂੰ ਆਪਾਂ ਕਹਿ ਦਈਏ ਰਸ ਨਹੀਂ ਬਣਦਾਗਾ, ਉਹਨੂੰ ਅਸੀਂ ਛੱਡ ਦਿੰਦੇ ਹਾਂ ਵੀ ਰਹਿਣ ਦਿਓ ਬਸ। ਜਿਹੜੀ ਚੀਜ਼ ਦਾ ਥੋੜਾ ਜਿਹਾ ਰਸ ਬਣਦਾ ਉਹਨੂੰ ਅਸੀਂ ਕਹਿੰਦੇ ਵੀ ਆਹ ਬਹੁਤ ਵਧੀਆ। ਜਿਵੇਂ ਇਤਿਹਾਸ ਆ, ਉਹਦਾ ਥੋੜਾ ਜਿਹਾ ਰਸ ਅਲੱਗ ਬਣਦਾ, ਅਲੱਗ ਉਹਦੀ ਗੱਲਬਾਤ ਬਣਦੀ ਆ। ਗੁਰਬਾਣੀ ਦੀ ਵਿਚਾਰ ਦੀ ਅਲੱਗ ਗੱਲਬਾਤ ਆ। ਗੁਰਬਾਣੀ ਆਪਣਾ ਅਲੱਗ ਸਾਡੀ ਜ਼ਿੰਦਗੀ ਵੀ ਸਾਨੂੰ એનર્ਜੀ ਦਿੰਦੀ ਆ, ਇਤਿਹਾਸ ਅਲੱਗ એનર્ਜੀ ਦਿੰਦਾ ਗਾ। ਹੁਣ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਉਹ ਪਰਮਾਤਮਾ ਸਾਡੀ ਜ਼ਿੰਦਗੀ ਦੇ ਵਿੱਚ ਇਉਂ ਵਾਪਰ ਰਿਹਾ ਜਿਹੜਾ ਅੱਜ ਦਾ ਵਿਸ਼ਾ। ਕਦੇ ਉਹਨੂੰ ਜਲ ਤੇ ਤਰੰਗ ਦਾ ਮੇਲ ਕੀਤਾ, ਕਦੇ ਅਨੇਕਾਂ ਰੰਗਾਂ ਦੇ ਵਿੱਚੋਂ ਨਿਕਲਣ ਦਾ, ਅਨੇਕਾਂ ਰੰਗਾਂ ਵਿੱਚ ਪੈਣ ਦਾ ਮਿਲਾਪ ਕੀਤਾ। ਕਦੇ ਕਿਹਾਗਾ ਉਹਨੂੰ ਮਹਿਸੂਸ ਕਰ, ਉਹ ਤੇਰੇ ਨਾਲ ਹੈ 24 ਘੰਟੇ। ਕਦੇ ਗੁਰੂ ਸਾਹਿਬ ਨੇ ਇਸੀ ਪੰਕਤੀ 'ਚ ਕਹਿਤਾ, ਏਕੋ ਰੂਪ ਸਗਲੋ ਪਸਾਰਾ, ਸਾਰਿਆਂ ਦੇ ਵਿੱਚ ਪਰਮਾਤਮਾ ਆਪ ਰਚਿਆ ਹੋਇਆ ਹੈਗਾ। ਲਾਸਟ ਵਾਲੀ ਤੁਕ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਆਪੇ ਹੀ ਮੰਦਰ। ਉਹ ਪਰਮਾਤਮਾ ਆਪ ਹੀ ਮੰਦਰ ਆ। ਮੰਦਰ ਤੋਂ ਭਾਵ ਸਮਝਣਾ ਆਪਾਂ, ਮੰਦਰ ਤੋਂ ਭਾਵ ਹੁੰਦਾ ਘਰ। ਮੰਦਰ ਤੋਂ ਭਾਵ ਆਪਾਂ ਡੇਰਾ ਵੀ ਕਹਿ ਸਕਦੇ ਹਾਂ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੂੰ ਜਾਣ। ਮੰਦਰ ਤੋਂ ਭਾਵ ਘਰ, ਡੇਰਾ, ਮਕਾਨ, ਇਦਾਂ ਦੇ ਆਪਾਂ ਨਮੂਨੇ ਬਣਾ ਸਕਦੇ ਹਾਂ। ਝੌਂਪੜੀ, ਮੰਦਰ। ਸਰੀਰ ਨੂੰ ਵੀ ਘਰ ਕਿਹਾ, ਸਰੀਰ ਨੂੰ ਵੀ ਝੌਂਪੜੀ ਕਿਹਾ, ਸਰੀਰ ਨੂੰ ਵੀ ਮੰਦਰ ਕਿਹਾ ਗੁਰੂ ਨੇ। ਚਲੋ ਹੁਣ ਆਪਾਂ ਸਮਝ ਗਏ ਵੀ ਕੋਈ ਕਿਸੇ ਤਰ੍ਹਾਂ ਦਾ ਇਮਾਰਤ ਦਾ ਬਣਾਇਆ ਹੋਇਆ ਨਮੂਨਾ, ਉਹਨੂੰ ਆਪਾਂ ਮੰਦਰ, ਮਸਜਿਦ, ਗੁਰਦੁਆਰਾ,
ਚਰਚ ਘਰ ਕਹਿ ਦਿੰਦੇ ਨੇ। ਇੱਕ ਥੋੜਾ ਜਿਹਾ ਫਰਕ ਦੇਖੋ, ਮਿਸਤਰੀ ਉਹੀ ਆ, ਇੱਟਾਂ ਉਸੇ ਭੱਠ ਤੋਂ ਬਣ ਕੇ ਆਈਆਂ, ਇੱਕ ਮਿੱਟੀ ਤੋਂ ਬਣ ਕੇ ਆਈਆਂ, ਇੱਕ ਕਾਮੇ ਵੀਰ ਨੇ ਇੱਟਾਂ ਤਿਆਰ ਕੀਤੀਆਂ। ਪਰ ਇੱਟਾਂ ਨੂੰ ਖਰੀਦਣ ਵਾਲਾ ਇੱਕ ਹਿੰਦੂ ਲੈ ਗਿਆ, ਇੱਟਾਂ ਨੂੰ ਖਰੀਦਣ ਵਾਲਾ ਇੱਕ ਮਸੀਤ 'ਚ ਇੱਟ ਲਾਉਣ ਵਾਲਾ ਮੁਸਲਮਾਨ ਲੈ ਗਿਆ, ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਲਿਆਉਣ ਵਾਲਾ ਕੋਈ ਗੁਰਸਿੱਖ ਲੈ ਗਿਆ। ਹੋਇਆ ਕਿ ਉਸ ਤੋਂ ਬਾਅਦ ਉਹੀ ਇੱਟਾਂ ਉਹਨਾਂ ਹੱਥਾਂ ਵਿੱਚੋਂ ਦੀ ਲੰਘ ਕੇ ਆਈਆਂ, ਇੱਕ ਦਾ ਨਾਂ ਗੁਰਦੁਆਰਾ ਪੈ ਗਿਆ, ਇੱਕ ਦਾ ਨਾਂ ਮੰਦਿਰ ਪੈ ਗਿਆ, ਇੱਕ ਦਾ ਨਾਂ ਮਸਜਿਦ ਪੈ ਗਿਆ। ਇੱਟਾਂ ਸੇਮ ਨੇ, ਸੇਮ ਹੱਥਾਂ ਵਿੱਚੋਂ ਦੀ ਲੰਘ ਕੇ ਆਈਆਂ। ਇੱਕ ਦਲਾਲ ਨੇ ਵੇਚੀਆਂ ਨੇ, ਇੱਕ ਮਿਸਤਰੀ ਨੇ ਤਿੰਨੇ ਇਮਾਰਤਾਂ ਬਣਾਈਆਂ ਨੇ। ਨਾਂ ਕਿਹਨੇ ਰੱਖੇ ਨੇ? ਬੰਦੇ ਨੇ। ਤੇ ਵਖੇੜਾ ਕਿੱਡਾ ਵੱਡਾ ਖੜਾ ਹੋ ਗਿਆ। ਪਰ ਚੇਤਾ ਰੱਖਿਓ, ਇੱਟਾਂ ਨੂੰ ਟੇਢੇ ਵਿੰਗੇ ਢੰਗ ਨਾਲ ਲਾ ਕੇ ਮਨੁੱਖ ਨੇ ਆਪਣੀ ਭਾਵਨਾ ਦੇ ਮੁਤਾਬਕ ਮੰਦਰ, ਮਸਜਿਦ, ਗੁਰਦੁਆਰੇ ਦਾ, ਮਕਾਨ ਨੂੰ ਨਾਂ ਦੇ ਦਿੱਤਾ। ਪਰ ਗੁਰੂ ਸਾਹਿਬ ਨੇ ਸਾਨੂੰ ਇਸ ਚੀਜ਼ ਤੋਂ ਬਹੁਤ ਉੱਪਰ ਉਠਾ ਦਿੱਤਾ। ਹੁਣ ਮਸਜਿਦ ਵਿੱਚ ਮੁਸਲਮਾਨ ਭਰਾ ਹਿੰਦੂ ਨੂੰ ਵੜਨ ਨਹੀਂ ਦੇਵੇਗਾ, ਉਹ ਨਹੀਂ ਕਹੇਗਾ ਵੀ ਇੱਥੇ ਆ ਕੇ ਆਰਤੀ ਕਰ ਲਾ, ਨਾ। ਤੇ ਜੇ ਹਿੰਦੂ ਵੀਰ ਨੂੰ ਪੁੱਛ ਗਏ, ਉਹ ਕਹਿੰਦਾ ਨਹੀਂ ਨਹੀਂ, ਮੰਦਿਰ ਵਿੱਚ ਆ ਕੇ ਤੂੰ ਕਦੇ ਵੀ ਨਮਾਜ਼ ਨਹੀਂ ਪੜ੍ਹ ਸਕੇਗਾ, ਅਧਿਕਾਰ ਨਹੀਂ ਹੈ ਤੇਰੇ ਕੋਲੇ, ਖੂਨ ਹੋ ਜਾਵੇਗਾ, ਕਤਲ ਹੋ ਜਾਣਗੇ, ਲੜਾਈਆਂ ਹੋ ਜਾਣਗੀਆਂ, ਦੰਗੇ ਹੋ ਜਾਣਗੇ। ਹੁੰਦੇ ਵੀ ਨੇ, ਕੋਈ ਸ਼ੱਕ ਨਹੀਂ ਇਹਦੇ 'ਚ। ਪਰ ਜਿਹੜੀ ਅਸਲੀਅਤ ਆ ਉਹ ਕੀ ਆ? ਗੁਰੂ ਸਾਹਿਬ ਕਹਿੰਦੇ ਤੂੰ ਇਹਨਾਂ ਸਾਰਿਆਂ ਦੀ ਵਖੇੜਾ ਛੱਡ, ਸਾਰੇ ਝਮੇਲੇ ਛੱਡ ਦੇ। ਜਿਹੜੀ ਗੱਲ ਇੱਥੇ ਸਾਨੂੰ ਪੰਜਵੇਂ ਪਾਤਸ਼ਾਹ ਨੇ ਕਹੀ ਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹਮਰਾ ਝਗੜਾ ਰਹਾ ਨਾ ਕੋਊ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਮੈਂ ਤਾਂ ਸਾਰਿਆਂ ਦੀ ਰੱਸਾ ਲਾਤਾ ਭਾਈ। ਹਮਰਾ ਝਗੜਾ ਰਹਾ ਨਾ ਕੋਊ, ਪੰਡਤ ਮੁੱਲਾ ਛਾਡੇ ਦੋ। ਹੁਣ ਉਹਨਾਂ ਟਾਈਮਾਂ ਦੇ ਵਿੱਚ ਪੰਡਤ ਵੀ ਵੱਡਾ, ਉਹਨਾਂ ਟਾਈਮਾਂ ਵਿੱਚ ਮੁਲਾਣਾ ਵੀ ਵੱਡਾ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੈਂ ਤਾਂ ਭਾਈ ਦੋਨਾਂ ਦੀ ਰੱਸਾ ਲਾਤਾ। ਕਹਿੰਦਾ ਨਾ, ਮੈਂ ਤਾਂ ਝਗੜਾ ਹੀ ਛੱਡਤਾ, ਮੈਂ ਹੀ ਨਹੀਂ ਇਸ ਝਗੜੇ ਵਿੱਚ ਪੈਣਾ ਚਾਹੁੰਦਾ ਗਾ। ਹੁਣ ਗੁਰੂ ਸਾਹਿਬ ਕਹਿੰਦੇ, ਪੁੱਤਰ ਜੀ, ਜੇ ਤੂੰ ਆਹ ਗੱਲਬਾਤ ਸੁਣ ਲੈ ਨਾ, ਸ਼ਾਇਦ ਤੇਰੀ ਜ਼ਿੰਦਗੀ 'ਚ ਵੀ ਭਲਾ ਹੋ ਸਕਦਾ ਵੀ ਆ ਬਾਹਰੀ ਤੌਰ ਤੇ ਝਗੜਾ ਛੱਡ ਕੇ ਨਾ ਅਸਲੀ ਮੰਦਿਰ ਤੱਕ ਪਹੁੰਚ ਜਾ ਤੂੰ, ਅਸਲੀ ਮੰਦਿਰ ਤੱਕ। ਉਹ ਅਸਲੀ ਮੰਦਿਰ ਕਿਹੜਾ? ਜੋ ਅੱਜ ਗੁਰੂ ਸਾਹਿਬ ਨੇ ਇੱਥੇ ਲਿਖਿਆ ਹੈਗਾ, ਆਪ ਹੀ ਮੰਦਿਰ। ਉਹ ਪ੍ਰਮਾਤਮਾ ਤਾਂ ਆਪ ਹੀ ਮੰਦਿਰ ਆ। ਤੇ ਪ੍ਰਮਾਤਮਾ ਰੂਪੀ ਮੰਦਿਰ ਨੂੰ ਕਿਹਨੇ ਬਣਾਇਆਗਾ? ਉਹਨੇ ਆਪਣਾ ਮੰਦਿਰ ਆਪ ਬਣਾਇਆ। ਉਹਨੇ ਨਹੀਂ ਲਿਆਂਦੀਆਂ ਵੀ ਆਹ ਇੱਟਾਂ ਮੈਂ ਫਲਾਣੇ ਭੱਠੇ ਤੋਂ ਲਿਆਂਦੀਆਂ, ਬਿਨਾਂ ਕੋਲੇ ਵਾਲੀਆਂ ਲਿਆਂਦੀਆਂ, ਕੋਲੇ ਵਾਲੀਆਂ ਲਿਆਂਦੀਆਂ, ਆਹ ਟੇਢਾਪਣ ਬਣਾ ਲਿਆ, ਇਹਦਾ ਤਿੱਖਾਪਣ ਬਣਾ ਲਿਆ, ਇਹਦਾ ਗੋਲਪਣ ਬਣਾ ਲਿਆ, ਮੰਦਿਰ, ਮਸਜਿਦ, ਗੁਰਦੁਆਰੇ ਸਾਹਿਬ ਦਾ ਨਾਂ ਬਣਾਤਾ। ਨਾ, ਉਹਨੇ ਆਪਣਾ ਮੰਦਿਰ ਆਪ ਹੀ ਤਿਆਰ ਕੀਤਾ। ਉਹਦੇ ਮੰਦਿਰ ਦੀ ਕਦਰ ਕਰ, ਬਸ। ਉਹਦੇ ਮੰਦਿਰ ਦੀ ਕਦਰ ਕਰ। ਉਹਦੇ ਮੰਦਿਰ ਨੂੰ ਤਾਂ ਕਮਲਿਆ ਤੂੰ ਢਾਈ ਜਾਨਾ, ਤੇ ਬਾਹਰੀ ਮੰਦਿਰਾਂ ਤੇ ਸੋਨਾ ਚੜਾਈ ਜਾਨਾਗਾ। ਕਮਲਿਆ ਉਹਦੀ ਮਸੀਤ ਬਣਾਈ ਹੋਈ ਨੇ ਤੂੰ ਢਾਈ ਜਾਨਾਗਾ, ਪਰ ਉਹਦਾ ਬਣਾਇਆ ਹੋਇਆ ਜਿਹੜਾ ਮਸੀਤ ਆ, ਤੇ ਉਹਦੀ ਤੂੰ ਕਦਰ ਨਹੀਂ ਕਰ ਰਿਹਾਗਾ। ਜਿਹੜੀ ਉਹਦੀ ਬਣਾਈ ਮਸੀਤ ਆ, ਉਹਦੇ ਬਣਾਏ ਗੁਰਦੁਆਰੇ ਤੇ ਤੂੰ ਅਟੈਕ ਕਰ ਰਿਹਾਗਾ। ਤੇ ਪਰ ਜਿਹੜਾ ਉਹ ਖੁਦ ਪਰਮਾਤਮਾ ਨੇ ਆਪਣਾ ਗੁਰਦੁਆਰਾ ਆਪ ਤਿਆਰ ਕੀਤਾ, ਉਹਦੀ ਤੂੰ ਕਦਰ ਨਹੀਂ ਕਰ ਰਿਹਾਗਾ। ਉਹਦੀ ਕਦਰ ਨਹੀਂ ਕਰ ਰਿਹਾ ਤਾਂ ਸੋਚ ਕੇ ਦੇਖ। ਥੋੜਾ ਜਿਹਾ ਨਕਸ਼ਾ ਬਣਾ ਲਈਏ ਹੁਣ ਆਪਾਂ, ਤੁਸੀਂ ਸਾਰੀ ਵੇਖ ਰਹੇ ਹੋ। ਚਲੋ ਵਾਹਿਗੁਰੂ ਭਲਾ ਕਰੇ, ਉਹ ਗੱਲ ਅਜੇ ਕਲੀਅਰ ਨਹੀਂ ਵੀ ਕਿਵੇਂ ਆ ਕਿਵੇਂ ਨਹੀਂ ਹੈ, ਪਰਮਾਤਮਾ ਖੁਦ ਜਾਣਦਾ। ਤੁਸੀਂ ਭਰੋਸੇਯੋਗ ਸੰਗਤੋਂ ਇਸ ਗੱਲ ਤੇ ਭਰੋਸਾ ਵੀ ਰੱਖਣਾ ਜ਼ਰੂਰੀ ਆ। ਕਿਤੇ ਸਾਨੂੰ ਨਾ ਮੌਕੇ ਦੀਆਂ ਸਰਕਾਰਾਂ ਕੁੱਤੇ ਨਾ ਬਣਾ ਲੈਣ। ਤੇ ਮੈਂ ਕਦੇ ਕਦੇ ਸੋਚਦਾ ਵੀ ਹੁੰਨਾ, ਅਸੀਂ ਬਣ ਚੁੱਕੇ ਆ, ਅਸੀਂ ਕੁੱਤੇ ਨਾ ਬਣ ਚੁੱਕੇ ਆ। ਬੁਰਾ ਨਾ ਮਨਾਇਓ ਵੀ ਜੀ ਆਪਾਂ ਲਫ਼ਜ਼ ਵਰਤਿਆ ਨਾ। ਕਿਵੇਂ ਆ? ਬੁਸ਼ਕਰ ਮਾਰੋ, ਬਾਹਰ ਨਿਕਲ ਆਓ, ਤੇ ਘੂਰ ਦੋ, ਅੰਦਰ ਵੜ ਜਾਓ। ਕੁੱਤੇ ਦਾ ਸੁਭਾਅ ਹੀ ਹੁੰਦਾ ਨਾ, ਮਾਲਕ ਘੂਰ ਦੇ, ਅੰਦਰ ਵੜ ਜਾਂਦਾ। ਥੋੜੀ ਜੀ ਬੁਸ਼ਕਰ ਮਾਰ ਦੇ, ਕੁੱਤਾ ਬਾਹਰ ਆ ਜਾਂਦਾ। ਬੁਰਾ ਨਾ ਮਨਾਇਓ। ਕਾਸ਼ ਸਾਡੀ ਕੌਮ ਉਹ ਆ ਜਿਹੜੀ ਤੜਫ ਕੇ ਨਹੀਂ ਭਾਵ ਮਰਦੀ, ਤੇ ਇਹ ਜੂਝ ਕੇ ਮਰਦੀ ਆ, ਕਿਸੇ ਵੀ ਭਾਵ ਹਾਲਾਤਾਂ ਵਿੱਚ ਹੋਵੇ। ਚਲੋ ਇੱਕ ਅਲੱਗ ਵਿਸ਼ਾ, ਅਲੱਗ ਮੈਟਰ ਆ। ਜੋ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਵੀ ਅੱਜ ਕਿਵੇਂ ਉਹ ਪਰਮਾਤਮਾ ਦੇ ਬਣਾਏ ਹੋਏ ਮੰਦਿਰ ਨਾਲ ਸਾਡੀਆਂ ਮਨੌਤਾਂ ਜਿਹੜੀਆਂ ਘੜੀਆਂ ਹੋਈਆਂ ਨਾ, ਆਪਣੇ ਆਪ ਅਸੀਂ ਆਪਣੇ ਰਸਤਿਆਂ ਵਿੱਚ ਕੰਡੇ ਖਿਲਾਰੇ ਹੋਏ ਨੇ। ਨੁਮਾਇੰਦੇ ਚੁਣ ਕੇ ਉਹਨਾਂ ਨੁਮਾਇੰਦਿਆਂ ਦੀਆਂ ਗੰਦੀਆਂ ਕਰਤੂਤਾਂ ਕਰਕੇ ਕਤਲ ਹੋ ਰਹੇ ਨੇ, ਜਿਹਨੂੰ ਆਪਾਂ ਕਤਲੇਆਮ ਕਹਿ ਸਕਦੇ ਹਾਂ।
ਕਤਲੇਆਮ ਕਹਿ ਸਕਦੇ ਆ, ਪਰ ਉਹ ਕਤਲੇਆਮ ਕਦੋਂ ਰੁਕੇਗਾ, ਕਿਵੇਂ ਰੁਕੇਗਾ, ਇਹ ਸਮਾਂ ਦੱਸੇਗਾ। ਇਹਦੇ ਬਾਰੇ ਨਹੀਂ ਆਪਾਂ ਕੁਝ ਕਹਿ ਸਕਦੇ। ਅੱਜ ਪਰ ਕਤਲੇਆਮ ਸ਼ਰੇਆਮ ਹੋਣਾ ਸ਼ੁਰੂ ਹੋ ਗਿਆ। ਕਦੇ ਉਹ ਬਾਬਰ ਦੇ ਰਾਜ 'ਚ ਹੁੰਦਾ, ਕਦੇ ਉਹ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦੇ ਰਾਜ 'ਚ ਹੁੰਦਾ, ਔਰੰਗੇ ਵਰਗਿਆਂ ਦੇ ਰਾਜ 'ਚ ਹੁੰਦਾ, ਜਹਾਂਗੀਰ ਵਰਗਿਆਂ ਦੇ ਰਾਜ 'ਚ ਹੁੰਦਾ। ਸ਼ਾਇਦ ਉਦੋਂ ਕਿਤੇ ਨਾ ਕਿਤੇ ਤਰਸ ਦੀ ਭਾਵਨਾ ਸੀ, ਉਦੋਂ ਕਿਤੇ ਨਾ ਕਿਤੇ ਰੁਕਣ ਦੀ ਭਾਵਨਾ ਸੀ, ਉਦੋਂ ਕਿਤੇ ਨਾ ਕਿਤੇ ਵਚਨ ਦੇ ਚਾਂਸ ਸੀਗੇ ਨਾ ਚਾਂਸ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਕਿੰਨੀਆਂ ਮਤਲਬ ਕਿ ਗੁਰੂ ਦੀਆਂ ਫੌਜਾਂ 7-7 ਹਜ਼ਾਰ, 30-30 ਹਜ਼ਾਰ ਕਾਹਨੂੰਵਾਨ ਦੀ ਛੰਭ 'ਚ ਇੱਕੇ ਦਿਨ ਖਤਮ ਹੋਣਾ, ਕਿੱਡਾ ਵੱਡਾ ਘੱਲੂਘਾਰਾ ਹੈਗਾ। ਇੱਕੇ ਦਿਨ 30-30 ਹਜ਼ਾਰ। ਤੇ ਅੱਜ ਉੱਥੋਂ ਤੱਕ ਗਿਣਤੀ ਪਹੁੰਚ ਗਈ ਨਾ, ਪਹੁੰਚੀ ਨਹੀਂ। ਡਰਾਵਾ, ਮਾਫ ਕਰਨਾ, ਚਲੋ ਇੱਕ ਅਲੱਗ ਵਿਸ਼ਾ, ਤੁਸੀਂ ਗਾਲਾਂ ਕੱਢੋਗੇ ਵੀ ਉਹ ਬੋਲੀ ਜਾਂਦੇ ਨੇ, ਪਰ ਵੇਖਣ ਵਾਲੀ ਗੱਲ ਆ ਵੀ ਕਿਵੇਂ ਸਾਨੂੰ ਅੱਜ ਸ਼ਰੇਆਮ ਲੁੱਟਿਆ ਜਾ ਰਿਹਾ। ਬਚਣ ਦੀ ਲੋੜ ਹੈ, ਬਚਾਂਗੇ ਕਿਵੇਂ? ਗੁਰੂ ਗਿਆਨ ਨਾਲ ਜੁੜ ਕੇ, ਠੀਕ ਹੈ ਨਾ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਕਹਿੰਦੇ ਨਾ, ਭਾਈ ਆਪਣੇ ਆ ਸਰੀਰ ਰੂਪੀ ਮੰਦਰ ਜਿਹੜਾ ਪਰਮਾਤਮਾ ਨੇ ਬਣਾਇਆ, ਇਹਦੇ ਵੱਲ ਨਿਗਾਹ ਮਾਰ, ਕਦੇ ਇਹਦੇ ਨਾਲ ਮਿਲ ਕੇ ਤੂੰ ਥੋੜਾ ਜਿਹਾ ਆਪਣੇ ਆਪ ਨੂੰ ਸਕੂਨ ਚ ਲੈ ਕੇ ਆ। ਆਪੇ ਮੰਦਰ, ਫਿਰ ਅੱਗੇ ਕੀ ਕਿਹਾਗਾ? ਆਪ ਹੀ ਸੇਵਾ, ਆਪ ਹੀ ਸੇਵਾ ਕਰਨੀ ਹੈ ਤੈਂ। ਫਿਰ ਦੂਜੇ ਨੰਬਰ ਤੇ ਆਪ ਹੀ ਪੁਜਾਰੀ, ਪੁਜਾਰੀ ਬਾਹਰੋਂ ਨਹੀਂ ਭਾਲ ਕੇ ਲਿਆਉਣਾ ਕੋਈ, ਜਾਂ ਕੋਈ ਮੁਲਾਣਾ। ਉਹ ਤਾਂ ਭਗਤ ਕਬੀਰ ਸਾਹਿਬ ਨੇ ਆਪਾਂ ਨੂੰ ਕਹਿ ਦਿੱਤਾ, ਹਮਾਰਾ ਝਗੜਾ ਰਹਾ ਨਾ ਕੂ ਪੰਡਤ ਮੁੱਲਾ ਛਾਡੇ ਦੋ। ਭਾਵ ਮੇਰਾ ਝਗੜਾ ਹੀ ਖਤਮ ਆ, ਨਾ ਮੈਂ ਪੰਡਤ ਦੀ ਸੁਣਾ, ਨਾ ਮੈਂ ਮੁਲਾਣੇ ਦੀ ਸੁਣਾ, ਮੈਂ ਨਹੀਂ ਕਿਸੇ ਦੀ ਸੁਣਦਾਗਾ। ਪਾਤਸ਼ਾਹ ਜੀ ਕਹਿੰਦੇ ਆਪ ਹੀ ਮੰਦਰ ਉਹ ਪ੍ਰਮਾਤਮਾ ਨੇ ਬਣਾਤਾ, ਆਪ ਹੀ ਮੰਦਰ ਵਿੱਚ ਸੇਵਾ ਕਰਨੀ ਆ। ਕਿਹਨੇ? ਉਹ ਪ੍ਰਮਾਤਮਾ ਨੇ। ਕਿਹਤੋਂ ਕਰਾਉਣੀ ਆ? ਸਾਥੋਂ ਹੀ ਕਰਾਉਣੀ ਆ। ਆਪ ਹੀ ਮੰਦਰ 'ਚ ਸੇਵਾ ਕਰਾਉਣੀ ਆ, ਆਪ ਹੀ ਪੁਜਾਰੀ, ਤੇ ਪੁਜਾਰੀ ਵੀ ਆਪ ਹੀ ਆ। ਉਹ ਸਪੈਸ਼ਲ ਪੁਜਾਰੀ ਲਿਆ ਕੇ ਨਹੀਂ ਬਹਾਉਣਾ, ਆਪ ਹੀ ਪੁਜਾਰੀ ਬਣਨਾਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇਗੇ ਆਪ ਹੀ ਦੇਵਾ, ਅੰਦਰ ਬੈਠਾ ਦੇਵਤਾ ਆਪ ਹੀ ਪ੍ਰਗਟ ਹੋ ਜਾਊਗਾ। ਫਿਰ ਉਹ ਬਾਹਰੋਂ ਕੋਈ ਤਰੀਕੇ ਅਪਣਾ ਕੇ ਨਹੀਂ, ਅੰਦਰ ਬੈਠਾ ਦੇਵਤਾ ਆਪਣੇ ਆਪ ਪ੍ਰਗਟ ਹੋਵੇਗਾ। ਫਿਰ ਪਾਤਸ਼ਾਹ ਲਾਸਟ ਵਿੱਚ ਕਹਿੰਦੇ ਨੇ ਆਪ ਹੀ ਜੋਗ, ਆਪ ਹੀ ਜੁਗਤਾ। ਜੋਗ ਮੀਨਜ ਹੁੰਦਾ ਜੋਗੀ, ਜੁੜਿਆ ਹੋਇਆ। ਹੁਣ ਪਾਤਸ਼ਾਹ ਨੇ ਬੜੇ ਵਾਰੀ ਆਪਾਂ ਨੂੰ ਪਤਾ ਪੁਜਾਰੀ ਤੇ ਚੋਟ ਕੀਤੀ ਆ, ਪਰ ਇੱਥੇ ਕੀ ਕਿਹਾਗਾ? ਆਪ ਹੀ ਪੁਜਾਰੀ ਬਣ ਜਾ। ਬੜੇ ਵਾਰੀ ਜੋਗੀ ਤੇ ਚੋਟ ਕੀਤੀ ਆ, ਜੋਗੀਆਂ ਨਾਲ ਵਹਿੰਸਾਂ ਵੀ ਹੋਈਆਂ ਨੇ, ਜੋਗੀਆਂ ਨਾਲ ਲੜਾਈਆਂ ਵੀ ਹੋਈਆਂ ਨੇਗੀਆਂ, ਪਰ ਆਪ ਹੀ ਬਾਬਾ ਨਾਨਕ ਕਹਿੰਦਾ ਜੋਗੀ ਬਣ ਜਾ। ਜੋਗੀ ਬਣਨਾ ਆਪਾਂ, ਆਪ ਹੀ ਜੋਗੀ, ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਜੇ ਤੂੰ ਇਹਨਾਂ ਸਾਧਨਾਂ ਦਾ ਧਾਰਨੀ ਬਣ ਜਾਏਗਾ, ਫਿਰ ਗੁਰੂ ਸਾਹਿਬ ਜੀ ਕਹਿੰਦੇ ਸਦਾ ਵਾਸਤੇ ਦੁਨੀਆ ਵਿੱਚ ਰਹਿੰਦਾ ਹੋਇਆ ਨਿਰਲੇਪ ਹੋ ਜਾਏਗਾ। ਨਿਰਲੇਪ ਤੋਂ ਭਾਵ ਮੁਕਤਾ ਹੋ ਜਾਏਗਾ। ਤੈਨੂੰ ਕਿਸੇ ਚੀਜ਼ ਦਾ ਕੋਈ ਅਸਰ ਦਵਾ ਨਹੀਂ ਪਾ ਸਕੇਗੀ, ਕੋਈ ਵੀ ਚੀਜ਼ ਤੈਨੂੰ ਜਿੱਤ ਨਹੀਂ ਸਕੇਗੀ, ਪਰ ਤੇਰੇ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ, ਉਪਦੇਸ਼, ਗਿਆਨ ਹੋਣਾ ਜ਼ਰੂਰੀ ਹੈ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੰਪੂਰਨ ਹੈ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਆ, ਵਿਚਾਰਦੇ ਆ, ਬੜੀਆਂ ਉਣਤਾਈਆਂ ਰਹਿ ਜਾਂਦੀਆਂ ਨੇ। ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ